ਮਾਈਂਡ ਐਂਡ ਬੋਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਸਰੋਤਿਆਂ ਨੂੰ, ਲੱਖਾਂ ਹੀ ਦਰਸ਼ਕਾਂ ਨੂੰ ਮੇਰਾ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਗਿਵ ਅਪ, ਜਾਂ ਇਹਨੂੰ ਕੁਇਟ ਕਹਿ ਲਓ। ਆਪਾਂ ਥੋੜ੍ਹਾ ਜਿਹਾ ਬਰੀਕੀ 'ਚ ਵੀ ਸਮਝਾਂਗੇ ਕਿ ਗਿਵ ਅਪ ਤੇ ਕੁਇਟ ਦੇ ਵਿੱਚ ਕੀ ਫਰਕ ਹੈ, ਜਾਂ ਇੰਜ ਕਹਿ ਲਓ ਕਿ ਡੋਂਟ ਗਿਵ ਅਪ ਜਾਂ ਨੈਵਰ ਗਿਵ ਅਪ। ਇਹ ਵੀ ਥੋੜ੍ਹੀਆਂ ਜਿਹੀਆਂ ਗੱਲਾਂ ਦੇ ਡਿਫਰੈਂਸ ਹੈ। ਜੇ ਅਸੀਂ ਡੂੰਘਾਈ ਦੇ ਵਿੱਚ ਜਾ ਕੇ ਸੋਚਾਂਗੇ, ਜਦੋਂ ਅਸੀਂ ਕਹਿੰਦੇ ਹਾਂ ਡੋਂਟ ਗਿਵ ਅਪ, ਛੱਡੋ ਨਾ, ਪਰ ਨੈਵਰ ਗਿਵ ਅਪ, ਕਦੇ ਵੀ ਨਾ ਛੱਡੋ, ਇਹ ਗੱਲ ਨਹੀਂ। ਕਈ ਵਾਰ ਸਾਨੂੰ ਛੱਡਣਾ ਵੀ ਪੈਂਦਾ, ਸਰਕਮਸਟਾਂਸਿਸ ਅਜਿਹੇ ਨੇ। ਸੋ ਇਹ ਨਹੀਂ ਕਿ ਨੈਵਰ ਗਿਵ ਅਪ। ਸੋ ਕਈ ਵਾਰ ਸਾਨੂੰ ਛੱਡਣਾ ਵੀ ਪੈਂਦਾ, ਪਰ ਕੋਸ਼ਿਸ਼ ਕਰੋ ਕਿ ਜਿਹੜਾ ਵੀ ਅਸੀਂ ਕੰਮ ਆਰੰਭ ਕਰ ਲਿਆ, ਗੋਲ ਮਿਥ ਲਿਆ, ਉਸ ਦੇ ਉੱਤੇ ਪੂਰ ਚੜੀਏ, ਉਹਨੂੰ ਕਾਮਯਾਬ ਬਣਾਈਏ, ਉਹਦੇ ਵਿੱਚ ਕਾਮਯਾਬ ਹੋਈਏ। ਦੇਖ ਲਓ, ਜਦੋਂ ਅਸੀਂ ਜ਼ਿੰਦਗੀ ਦੇ ਵਿੱਚ, ਹਰ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਪ੍ਰਾਪਤ ਕਰਨਾ ਚਾਹੁੰਦਾ ਹੈ। ਕੋਈ ਬੰਦਾ ਵਧੀਆ ਪਲੇਅਰ ਬਣਨਾ ਚਾਹੁੰਦਾ ਹੈ, ਕੋਈ ਵਧੀਆ ਬਿਜ਼ਨਸਮੈਨ ਬਣਨਾ ਚਾਹੁੰਦਾ ਹੈ, ਕੋਈ ਪੋਲੀਟੀਕਲ ਲੀਡਰ ਬਣਨਾ ਚਾਹੁੰਦਾ ਹੈ, ਕੋਈ ਸਿਵਲ ਸਰਵਿਸ IAS IPS, ਕੋਈ ਡਾਕਟਰ, ਵਕੀਲ, ਇੰਜੀਨੀਅਰ। ਸੋ ਇਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਹਰ ਬੰਦੇ ਦਾ ਕੋਈ ਨਾ ਕੋਈ ਗੋਲ ਹੁੰਦਾ ਹੈ, ਉਦੇਸ਼ ਹੁੰਦਾ ਕਿ ਮੈਂ ਆਹ ਚੀਜ਼ ਪ੍ਰਾਪਤ ਕਰਨੀ ਹੈ। ਤੇ ਉਸ ਗੋਲ ਨੂੰ ਪ੍ਰਾਪਤ ਕਰਨ ਦੇ ਲਈ ਜਦੋਂ ਅਸੀਂ ਮਿਹਨਤ ਕਰਦੇ ਹਾਂ, ਤੇ ਮਿਹਨਤ ਕਰਕੇ ਅਖੀਰ ਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ ਮੇਰੇ ਬਸ ਦਾ ਰੋਗ ਨਹੀਂ, ਇਹ ਮੈਥੋਂ ਨਹੀਂ ਹੋਣਾ, ਛੱਡ ਪਰਾਂ, ਮੈਂ ਤਾਂ ਖਹਿੜਾ ਹੀ ਛੱਡ ਲਿਆ, ਮੈਂ ਹਾਰ ਮੰਨ ਲਈ, ਉਸ ਨੂੰ ਗਿਵ ਅਪ ਕਿਹਾ ਜਾਂਦਾ ਹੈ। When we decide that we cannot do this goal and stop doing permanently is called give up. Give up is also known as quit, surrender, renounce, hand over, drop, etc. ਭਾਵ give up ਨੂੰ ਹਾਰ ਮੰਨ ਲੈਣਾ, ਛੱਡ ਦੇਣਾ, ਬੰਦ ਕਰ ਦੇਣਾ, ਤਿਆਗ ਕਰਨਾ, ਇਹ ਸਾਰੇ give up ਦੇ ਸ਼ਬਦ ਨੇ। ਤੁਸੀਂ ਛੋਟੀ ਜਿਹੀ ਐਗਜ਼ਾਮਪਲ ਆਪਾਂ ਰੋਜ਼ਾਨਾ ਜ਼ਿੰਦਗੀ 'ਚ ਦੇਖ ਲਓ, ਹਲਕੇ ਫੁਲਕੇ ਤਰੀਕੇ ਦੇ ਨਾਲ। ਕੋਈ ਸਾਡੀ ਵਹੁਟੀ ਜਾਂ ਸਾਡੀ ਕੁੜੀ ਨੇ ਵਿਆਹ ਕਰਕੇ ਸਹੁਰੇ ਜਾਣਾ ਹੈ, ਤੇ ਮਾਂ ਹਮੇਸ਼ਾ ਹੀ ਕਿਚਨ ਦੀ ਲੁੱਕ ਆਫਟਰ ਕਰਦੀ ਹੈ, ਤੇ ਮਾਂ ਉਹਨੂੰ ਕਹਿੰਦੀ ਹੈ ਵੀ ਹੁਣ ਤੂੰ ਸਹੁਰੇ ਜਾਣਾ ਹੈ ਤੇ ਘੱਟੋ ਘੱਟ ਕੁਛ ਤਾਂ ਬਣਾਉਣ ਦੀਆਂ ਗੱਲਾਂ ਸਿੱਖ ਲੈ। ਚਲੋ ਘੱਟੋ ਘੱਟ ਤੈਨੂੰ ਜਿਹੜਾ ਪ੍ਰਸ਼ਾਦ ਹੈ, ਉੱਥੇ ਕਿਉਂਕਿ ਸੰਗਰਾਂਦ ਹਰ ਮਹੀਨੇ ਹੋਣੀ ਹੈ, ਉਹਨਾਂ ਨੇ ਘਰੇ ਪ੍ਰਸ਼ਾਦ ਬਣਾਉਣਾ, ਤੂੰ ਪ੍ਰਸ਼ਾਦ ਬਣਾਉਣ ਦਾ ਸਿੱਖ ਲੈ, ਹਲਵਾ ਬਣਾਉਣ ਦਾ ਸਿੱਖ ਲੈ। ਮਾਂ ਉਹਨੂੰ ਸਿਖਾਉਂਦੀ ਹੈ ਕਿ ਇਹਦੇ ਵਿੱਚ 4 ਚੀਜ਼ਾਂ ਪੈਂਦੀਆਂ ਨੇ। ਇੱਕ ਖੰਡ ਪੈਂਦੀ ਹੈ, ਸ਼ੂਗਰ, ਇੱਕ ਪਾਣੀ ਦੀ ਲੋੜ ਹੈ, ਇੱਕ ਆਟੇ ਦੀ ਲੋੜ ਹੈ, ਤੇ ਇੱਕ ਘੀ ਦੀ ਲੋੜ ਹੈ। 4 ਚੀਜ਼ਾਂ ਨੇ, ਤੇ ਉਹਦਾ ਫਾਰਮੂਲਾ ਮਾਂ ਉਹਨੂੰ ਸਮਝਾ ਦਿੰਦੀ ਹੈ ਵੀ ਗੱਲ ਇਹ ਹੈ ਵੀ ਫਾਰਮੂਲਾ ਇਹ ਹੈ ਵੀ ਆਟਾ, ਖੰਡ ਤੇ ਘੀ, ਇਹਨਾਂ ਦੀ ਜਿਹੜੀ ਹੈ ਕੁਆਂਟੀਟੀ ਹੈ ਇਕੁਅਲ ਹੋਣੀ ਚਾਹੀਦੀ ਹੈ। ਜੇ 1 ਕੱਪ ਆਟੇ ਦਾ ਲਿਆ, 1 ਹੀ ਖੰਡ ਦਾ ਲੈਣਾ ਪਊ, 1 ਹੀ ਘਿਓ ਦਾ ਲੈਣਾ ਪਊ, ਤੇ 4 ਗੁਣਾ ਪਾਣੀ ਲੈਣਾ ਪਊ। ਮਾਂ ਨੇ 1-2 ਵਾਰ ਉਹਨੂੰ ਸਮਝਾਤਾ। ਹੁਣ ਕੁੜੀ ਕਹਿੰਦੀ ਮੰਮੀ ਗਈ ਹੈ ਬਾਜ਼ਾਰ, ਮੈਂ ਸਰਪ੍ਰਾਈਜ਼ ਦਿੰਦੀ ਹਾਂ, ਮੈਂ ਬਣਾ ਕੇ ਦੇਖਦੀ ਹਾਂ। ਉਹਨੇ 4 ਬਰਤਨਾਂ ਦੇ ਵਿੱਚ 1 'ਚ ਖੰਡ ਪਾ ਲਈ, 1 'ਚ ਬਰਾਬਰ ਦਾ ਘੀ ਪਾ ਲਿਆ, ਹਾਂਜੀ, 1 'ਚ ਆਟਾ ਪਾ ਲਿਆ, ਤੇ 4 ਗੁਣਾ ਪਾਣੀ ਪਤੀਲੇ 'ਚ ਪਾ ਲਿਆ। ਮਾਂ ਨੇ ਚੰਗੀ ਤਰ੍ਹਾਂ ਸਮਝਾਇਆ ਸੀ। ਹੁਣ ਕੋਸ਼ਿਸ਼ ਕਰਦੀ ਹੈ, ਉਹ ਘੀ ਪਾਉਣ ਦੀ ਥਾਂ ਤੇ ਪਾਣੀ ਪਾ ਕੇ ਵਿੱਚ ਆਟਾ ਪਾ ਦਿੰਦੀ ਹੈ, ਹਿਲਾਈ ਜਾਂਦੀ ਹੈ, ਉਹਦਾ ਕੱਖ ਨਹੀਂ ਬਣਨਾ। ਕਹਿੰਦੀ ਉਹ ਤਾਂ ਸੋਚਦੀ ਹੈ, ਮਾਂ ਨੇ ਤਾਂ ਕਿਹਾ ਸੀ ਵੀ ਇਹਦਾ ਘਿਓ ਛੱਡੂਗਾ, ਆਟਾ ਲਾਲ ਹੋ ਜਾਊਗਾ, ਬਰਾਊਨ ਹੋ ਜਾਊਗਾ, ਪਰ ਇਹਦਾ ਹੋਇਆ ਹੀ ਨਹੀਂ। ਚਲੋ ਛੱਡੋ, ਫੇਲ ਹੋ ਗਈ। ਕਿਸੇ ਦਿਨ ਫੇਰ ਟਰਾਈ ਕੀਤੀ, ਘੀ ਦੇ ਵਿੱਚ ਆਟਾ ਪਾ ਲਿਆ, ਭੁੰਨੀ ਗਈ 15 ਮਿੰਟ, ਅੱਧਾ ਘੰਟਾ, ਤੇ ਦੇਖਿਆ ਵੀ ਇਹ ਹੋਇਆ ਹੀ ਨਹੀਂ ਲਾਲ। ਤੇ ਬਾਅਦ ਦੇ ਵਿੱਚ ਖਿਆਲ ਆਇਆ ਵੀ ਮੈਂ ਤਾਂ ਸਟੋਵ ਚਲਾਇਆ ਹੀ ਨਹੀਂ। ਚਲੋ ਉਹ ਵੀ ਛੱਡਤਾ। ਫੇਰ ਕਿਸੇ ਦਿਨ ਟਰਾਈ ਕਰਕੇ ਉਹਨੇ ਘਿਓ ਦੇ ਵਿੱਚ ਆਟਾ ਪਾਇਆ, ਭੁੰਨਿਆ, ਜਿਹੜੀ ਹੀਟ ਹੈ ਤੇਜ਼ ਕਰਤੀ, ਉਹ ਸੜ ਗਿਆ। ਫੇਰ ਟਰਾਈ ਕੀਤੀ, ਘਿਓ ਦੇ ਵਿੱਚ ਹਲਵਾ ਪਾ ਕੇ ਭੁੰਨਿਆ, ਤੇ ਉਹਨੇ ਚੰਗੀ ਤਰ੍ਹਾਂ ਘਿਓ ਛੱਡਿਆ ਹੀ ਨਹੀਂ, ਬਰਾਊਨ ਹੋਇਆ ਹੀ ਨਹੀਂ, ਵਿੱਚ ਹੀ ਖੰਡ ਪਾਤੀ, ਹਲਵੇ ਦਾ ਸਵਾਦ ਫਿਰ ਇਹ ਜਾਊਗਾ। ਤੇ ਅਖੀਰ ਕਹਿੰਦੀ ਆ ਛੱਡ ਪਰਾਂ ਯਾਰ, ਮੈਥੋਂ ਨਹੀਂ ਘਿਓ ਬਣਨਾ, ਛੱਡ ਪਰਾਂ, ਮੈਨੂੰ ਕੋਈ ਲੋੜ ਨਹੀਂ, ਆਪਾਂ ਤਾਂ ਹਲਦੀਰਾਮ ਦਾ ਹੀ ਬਾਜ਼ਾਰ 'ਚੋਂ ਮੰਗਾ ਲਿਆ ਕਰਾਂਗੇ, ਆਪਾਂ ਤਾਂ ਬਰਾੜ ਜਾਂ ਰਾਜਧਾਨੀ ਤੋਂ ਲੈ ਲਿਆ ਕਰਾਂਗੇ, ਜਾਂ ਮੇਰੀ ਸੱਸ ਹੋਊਗੀ ਜਾਂ ਮੇਰੀ ਮਾਂ ਹੋਊਗੀ, ਉਹੀ ਬਣਾ ਲਿਆ ਕਰਨਗੇ, ਮੇਰੇ ਬਸ ਦਾ ਰੋਗ ਨਹੀਂ, ਮੈਥੋਂ ਨਹੀਂ ਹਲਵਾ ਬਣਦਾ। ਸੋ ਇਹਨੂੰ ਅਸੀਂ ਗਿਵ ਅਪ ਕਹਿੰਦੇ ਹਾਂ। ਸੋ ਦੂਸਰੇ ਪਾਸੇ ਇਹ ਵੀ ਹੈ ਕਿ ਜਦੋਂ ਅਸੀਂ ਆਪਣੇ ਗੋਲ ਨੂੰ ਵਿੱਚ ਹੀ ਛੱਡ ਦਿੰਦੇ ਹਾਂ, ਜੋ ਕੰਮ ਕਰਨਾ ਚਾਹੁੰਦੇ ਹਾਂ, ਕਹਿੰਦੇ ਮੇਰੇ ਤੋਂ ਹੋਣਾ ਹੀ ਨਹੀਂ, ਤਾਂ ਉਸ ਨੂੰ ਗਿਵ ਅਪ ਕਹਿੰਦੇ ਹਾਂ। ਪਰ ਥੋੜੀ ਜਿਹੀ ਗੱਲ, ਹੁਣ ਮੈਂ ਅਗਲਾ ਇੰਪੋਰਟੈਂਟ ਪੁਆਇੰਟ ਹੈ, ਪਰ ਜਦ ਅਸੀਂ ਗੋਲ ਪ੍ਰਾਪਤ ਕਰਕੇ
उस गोल नूं अचीव कर लिया, पर उस गोल नूं अचीव करन तो बाद असीं उहदे विच खुश नहीं रहिंदे, जां असीं सोचदे हां भी इहदा कोई फायदा नहीं, जिहड़ा मैं गोल प्राप्त कीता है, बेशक मैं मेहनत कीती है, जोड़ा कुछ मैं सोचिया सीगा ਉਹ ਤਾਂ ਇਸ ਗੋਲ ਦੇ ਵਿੱਚ ਹੈ ਹੀ ਨਹੀਂ, ਉਹ ਫਿਰ ਅਸੀਂ ਗੋਲ ਨੂੰ ਛੱਡ ਦਿੰਦੇ ਆ ਜਾਂ ਉਹਨੂੰ ਰਿਜ਼ਾਈਨ ਕਰ ਦਿੰਦੇ ਆ, ਤਾਂ ਉਸ ਚੀਜ਼ ਨੂੰ ਕੁਇਟ ਕਹਿੰਦੇ ਆ। ਸਿੰਪਲ ਤਰੀਕੇ ਨਾਲ ਇਹ ਕਹੋ ਕਿ ਜਿਹੜਾ ਗੋਲ ਅਸੀਂ ਮਿਥ ਲਿਆ, ਜੇ ਉਸ ਗੋਲ ਮਿਥਣ ਤੋਂ ਪਹਿਲਾਂ ਅਸੀਂ ਛੱਡ ਦਿੰਦੇ ਆ, ਉਹਨੂੰ ਗਿਵ ਅਪ ਕਹਿੰਦੇ ਆ, ਤੇ ਜੇ ਗੋਲ ਪ੍ਰਾਪਤ ਕਰਕੇ ਉਸ ਗੋਲ ਨੂੰ ਪ੍ਰਾਪਤ ਕਰਨ ਤੋਂ ਬਾਅਦ ਛੱਡ ਦਿੰਦੇ ਆ ਤਾਂ ਉਹਨੂੰ ਅਸੀਂ ਕੁਇਟ ਕਹਿੰਦੇ ਆ। ਸੋ ਕੁਇਟ ਦੀ ਆਪਾਂ ਛੋਟੀ ਜਿਹੀ ਐਗਜ਼ਾਮਪਲ ਲੈ ਲਓ ਕਿ ਇੰਡੀਆ ਦੇ ਵਿੱਚ ਜਿਹੜੇ UPSC यूनियन पब्लिक सर्विस कमीशन ਦੀਆਂ सिविल सर्विस ਦੇ एग्जाम ਹੁੰਦੇ ਨੇ, हर हिंदुस्तानी ਨੂੰ, हर भारती ਨੂੰ पता है भी ये टॉप ਦੀਆਂ जॉब्स ने, IAS IPS IFS होर अलाइड सर्विसेज ने। हर माँ बाप का और हर स्टूडेंट का एक ख्वाहिश होंदी है कि मैं एक ना एक दिन टॉप का अफसर बना, मैं सिविल सर्विस ਦੇ ਵਿੱਚ सिलेक्ट हो जा। कंपीटीशन बहुत जबरदस्त है, ये भी कोई शक नहीं, पर जदों बच्चा मेहनत करके प्रॉपर उस कंपीटीशन ਨੂੰ क्लीयर करके IAS ਜਾਂ IPS अफसर बन जाता है, तो वो फिर जिंदगी ਦੇ ਵਿੱਚ ਉਹਦੀਆਂ ਖੁਸ਼ੀਆਂ ਹੀ ਖੁਸ਼ੀਆਂ ਆਉਣੀਆਂ ਚਾਹੀਦੀਆਂ ਸੀਗੀਆਂ, ਕਿਉਂਕਿ ਨਹੀਂ ਸੋਚਿਆ ਇਹਨੇ ਵੀ ਜਦੋਂ ਮੈਂ IAS IPS अफसर बन जूँगा तो मेरे जिंदगी बड़ी बदल जूगी, मैं तो बड़ा ही खुश होऊंगा, मैं कोई एक्सट्राऑर्डिनरी बंदा बन जूँगा। क्यों? क्योंकि बनने तो पहला उन्होंने ये पता सीगा कि ਜਿਹੜੇ IAS IPS ऑफिसर ਹੁੰਦੇ ਨੇ, ਇਹਨਾਂ ਕੋਲੇ बहुत सारिया पावर्स ਹੁੰਦੀਆਂ ਨੇ, पावरफुल बंदे ਹੁੰਦੇ ਨੇ। दूजा यह हुंदा भी पैसा ही पैसा। तीजा ख्याल हुंदा है, कोई गरीब हुंदा है, कोई बंदे दे ख्याल हुंदे ने, ख्वाब हुंदे ने कि जदों मैं IAS या IPS पुलिस ऑफिसर बन गया तो जिहड़ा साडे इंडिया दे विच करप्ट सिस्टम है, गरीब दी कोई पुछ पड़ताल नहीं, हेरा फेरियां हुंदियां, क्योंकि मेरे कोल पावर होगी तो मैं फिर सारे सिस्टम नूं बदल दियांगा। तो नाल ही कई बारी ख्याल हुंदा है बनने तो पहला कि मैं लोकां दी जिहड़े नीडी लोग ने, गरीब दे, उन्हां दी सेवा करूंगा, देश की सेवा करूंगा। पर जदों उहदी सिलैक्शन हो जाती है, महसूस किया जाता है बिन बिग मैडल कि बहुत बड़ा मैडल जित लिया, घर दे खुशियां मनाउंदे ने, रिश्तेदार खुशियां मनाउंदे ने, अखबारां 'च फोटो आउंदियां कि साडा मुंडा तां जी IAS बन गया, IPS बन गया, IFS बन गया। हुण जदों उहदे जिहड़े पहला सोच सीगी कि मेरे कोल पावर होऊगी, पैसा होऊगा, मैं सिस्टम नूं बदलूंगा, गरीबां दी हैल्प करूंगा, ते पर जदों वो प्रैक्टिकल जॉब दे उत्ते आ जांदा है तां कई वारी उहनूं परेशानियां दा सामना करना पैंदा है, जिहदे करके वो क्विट कर दिंदा है। जिस तरह देख लो रॉन्ग केडर है, पहलां तां आपां नूं इह जोश हुंदा भी जिथे मिल जाए कर दिओ, भी रॉन्ग केडर यूनियन टैरीटरी भर दिओ, उस आसानी नाल सानूं सिलैक्शन हो जूगी। जदों रॉन्ग केडर भर दिंदा है, हुंदा पंजाबी है, उहनूं भेज दिंदे ने तमिलनाडु दे विच, उत्थे ना उन्हां दी लैंगुएज समझ आवे, ना उन्हां दा पहरावा समझ आवे, ना उन्हां दी नेचर समझ आवे, कई वारी वो दुखी हुंदा है। फिर टू मच इंटरफीयरेंस ऑफ पोलीटिकल टू मच इंटरफीयरेंस हुंदी है। जिहड़ा टुटिया जा MLA जिहड़ा अनपढ़ जा हुंदा, कोई मिनिस्टर बनिया हुंदा, उहदे मगर IAS IPS जिहड़े ऑफिसर ने फाइलां लैके बड़े बड़े अफसर तुरे फिरदे ने, जी हजूरी करदे ने, क्योंकि यू स्क्रैच माई बैक, आई स्क्रैच यूअर बैक, कि दोनों रल मिल के हेरा फेरियां करते हैं, करैक्टर ਦੀਆਂ पुठियां सीधियां गल्लां करते हैं। पर जिहड़ा वो यंग बच्चा हुंदा, ਉਹਦੇ ख्वाब हुंदे ने कि मैं तो सिस्टम दे विच सुधार लियाउणा है, ईमानदारी लियाउणी है, ਉਹਦੇ कुछ अपने आइडियल्स हुंदे ने। पर जदों वो देखदा कि MLA साहब बिना मतलब करी जाते हैं, जां वो किसी कोई गरीब बंदा शिकायत लैके आउंदा भी मैनूं फलाने अमीर ने, फलाने इंडस्ट्रीलिस्ट ने, फलाने पोलीटिकल बंदे ने तंग कीता है, जदों उहनूं पोलीटिकल बंदे नूं बुलाउंदा, कोई SSP नूं कहंदा जां खुद SSP उहनूं अरैसट करने की कोशिश करदा है, तां MLA मिनिस्टर आके खड़ जांदा, इहदा मेरा बंदा जी, इहदा फीम बेचदा, कोई गल नहीं, बेचण दिओ, ड्रग्स बेचदा बेचण दिओ, मिट्टी चोरी करके बेचदा बेचण दिओ, ये कोई जनानीबाजी करदा करन दिओ, मेरा बंदा है। फिर उसकी आत्मा रात नूं पै नूं झंझोड़दी है, यार मेरा, मैं सोचा सी मैं सिस्टम चेंज करूँ, मेरे तो हाथ ही बनते, वो दुखी रहिंदा है। फिर टू मच वर्कलोड, अगर DC लग जाते हैं, होर लग जाते हैं, सवेर तो लैके शाम तक आपां तां सोचदे ऐश करदे आं, रात नूं 12 बजे फोन आउंदे, इत्थे प्रॉब्लम आ गई, इत्थे प्रॉब्लम गई, भज्जो भज्ज हुंदी है। फिर लैक ऑफ इंडिपेंडेंट डिसीजन, वो DC लग्या, ਉਹਦਾ इंडिपेंडेंट जजमेंट होनी चाहिए, पर इंडिपेंडेंट ਹੁੰਦੀ, लोग इंटरफेयर करते हैं। लोग जिहड़े तुहाडे जे आप सीधे MLA की तुसीं ना गल मन्नो, मिनिस्टर की गल ना मन्नो, तो मिनिस्टर जिहड़े तुहाडे सीनियर बॉस हुंदे ने, क्योंकि वो रले मिले होंदे ने, वो तुहाडे ते प्रैशर पा के तातों गलते, फिर तुहाडी आत्मा जिहड़ी हुंदी है, जिहदे विच सैल्फ कॉन्फिडेंस हुंदा है कि मैं कुछ करूँगा, वो फिर हर्ट हुंदा है। फिर सैलरी, बंदा सोचदा पैसे ही पैसे, जे तां हेरा फेरी करनी है
ਜਿੰਨੇ ਮਰਜ਼ੀ ਇਕੱਠੇ ਕਰ ਲਓ, ਪਰ ਮੈਂ ਦੇਖਿਆ ਜਿਹੜੇ ਅਫਸਰ ਹਮੇਸ਼ਾ ਪੈਸੇ ਇਕੱਠੇ ਕਰਦੇ ਨੇ ਨਾ, ਅਖੀਰ 'ਚ ਦੁਖੀ ਹੁੰਦੇ ਨੇ, ਉਹ ਪੰਜੀ ਨਹੀਂ ਕਰ ਸਕਦੇ। ਉਹਨਾਂ ਦੇ ਜਿਹੜੇ ਹੇਰਾ ਫੇਰੀ ਦੇ ਪੈਸੇ ਕਮਾਏ ਹੁੰਦੇ ਨੇ, ਜਾਂ ਰਿਸ਼ਤੇਦਾਰ ਲੁੱਟ ਕੇ ਲੈਂਦੇ, ਨੌਕਰ ਲੁੱਟ ਕੇ ਲੈ ਜਾਂਦੇ ਨੇ, ਆਪ ਉਹਨਾਂ ਨੂੰ ਖਰਚਣ ਦਾ ਹੁਕਮ ਨਹੀਂ ਮਿਲਦਾ, ਕਿਉਂਕਿ ਜੇ ਚੰਗੀ ਸੈਲਰੀ ਇੰਨੀ ਵੀ ਘੱਟ ਨਹੀਂ ਹੁੰਦੀ, ਪਰ ਕਿਉਂਕਿ ਖਿਆਲ ਹੁੰਦਾ ਕਿ ਪੈਸਾ ਹੀ ਪੈਸਾ, ਪੈਸਾ ਹੀ ਪੈਸਾ, ਜਦੋਂ ਨਹੀਂ ਮਿਲਦਾ, ਜਾਂ ਉਹਨਾਂ ਦੇ ਮੁਕਾਬਲੇ 'ਚ ਜਿਹੜੇ ਕਾਰਪੋਰੇਟ ਜੌਬਸ ਨੇ, ਜਿਵੇਂ IT ਦੀਆਂ ਜੌਬਸ ਨੇ, ਜਿਹੜਾ ਇੱਕ DC ਲੱਗਿਆ ਜਾਂ ਇੱਕ SSP ਲੱਗਿਆ, ਉਹਨੂੰ 70,000 80,000 ਲੱਖ ਰੁਪਈਆ ਮਿਲ ਜੂਗਾ, ਪਰ ਦੂਜੇ ਪਾਸੇ IT ਦੇ ਜਿਹੜੇ ਪ੍ਰੋਫੈਸ਼ਨ ਨੇ, ਉਹਨਾਂ ਨੂੰ ਕਰੋੜ ਕਰੋੜ ਰੁਪਈਆ ਵੀ ਸੈਲਰੀ ਮਿਲਦੀ ਹੈ। ਫਿਰ ਜਿਹੜਾ ਹੈਗਾ ਨਾ ਲੂਜ਼ਿੰਗ ਚਾਰਮ ਡੇ ਬਾਈ ਡੇ, ਸਵੇਰੇ ਉੱਠਦਾ ਸ਼ਾਮ ਨੂੰ ਕਹਿੰਦਾ ਯਾਰ ਮੈਂ ਸੋਚਿਆ ਕੁਛ ਸੀਗਾ, ਇਹ ਹੋ ਕੀ ਰਿਹਾ, ਕਦੇ ਫਲਾਣੇ ਅਫਸਰ ਦਬਕਾ ਮਰੀ ਜਾਂਦਾ, ਕੋਈ ਮਿਨਿਸਟਰ ਗਲਤ ਕੰਮ ਕਰਾਈ ਜਾਂਦਾ, ਤੇ ਮੈਂ ਤਾਂ ਖੁਸ਼ ਜਿਹਾ ਨਹੀਂ ਹਾਂ। ਜਦੋਂ ਖੁਸ਼ੀ ਨਹੀਂ ਆਉਂਦੀ ਤਾਂ ਉਹ ਫਿਰ ਕੀ ਕਰਦਾ ਕਿ ਉਹ ਮਜਬੂਰ ਹੋ ਕੇ ਅਚਾਨਕ ਕਿਸੇ ਦੀ ਦੇਖੋ ਨਾ, ਜਿਹੜੇ ਪੋਲੀਟੀਕਲ ਇੰਟਰਫੀਅਰੈਂਸ ਨਹੀਂ ਹੁੰਦੇ, ਉਹ ਚੱਕ ਕੇ ਕਹਿੰਦੇ ਨੇ ਇਹਨੂੰ ਖੁੰਝੇ ਲਾਈਨ ਲਾ ਦਿਓ, ਮੇਰਾ ਗੱਲ ਨਹੀਂ ਮੰਨਦੀ। ਜਿਹੜਾ ਬੰਦਾ ਅਣਖੀ ਹੈ, ਜੇ ਬੰਦਾ ਵਧੀਆ ਕੰਮ ਕਰਦਾ, ਉਹਨੂੰ ਚੱਕ ਕੇ ਤੁਸੀਂ ਖੁੰਝੇ ਲਾਈਨ ਲਾ ਦਿਓਗੇ, ਉਹ ਪਹਿਲਾਂ ਤਾਂ ਇੱਕ ਅੱਧਾ ਪਟੀਸ਼ਨ ਡਾਲਦਾ, ਜਦੋਂ ਪਟੀਸ਼ਨ ਹੁੰਦਾ ਕਿਉਂਕਿ ਉਹ ਵੀ ਰਲੇ ਮਿਲੇ ਹੁੰਦੇ ਨੇ, ਉਹਦੀ ਝਾੜ ਚੜ੍ਹਮ ਚੰਗੀ ਕਰਦੇ ਨੇ, ਤੂੰ ਪਟੀਸ਼ਨ ਕਿਵੇਂ ਪਾਤੀ। ਫਿਰ ਉਹਨੂੰ ਹੋਰ ਤੰਗ ਕਰਨ ਦੇ ਲਈ, ਜੇ ਕੋਈ ਬੰਦਾ ਨੀਤੀ ਉਦਯੋਗ ਦੇ ਵਿੱਚ ਲੱਗਿਆ ਹੋਇਆ, ਉਹ ਕੰਮ ਵਧੀਆ ਕਰਦਾ, ਪਰ ਕਿਉਂਕਿ ਕਰਪਟ ਸਿਸਟਮ ਹੈ ਸਾਡਾ ਇੰਡੀਆ ਦੇ ਵਿੱਚ, ਤੇ ਕੋਈ ਬੰਦਾ ਉੱਥੋਂ ਪੈਸੇ ਕਮਾਉਣ ਲਈ ਮਿਨਿਸਟਰ ਨੂੰ ਜਾਂ ਹਾਇਰ ਅਥਾਰਟੀ ਨੂੰ ਕਹਿੰਦਾ ਕਿ ਮੈਨੂੰ ਇੱਥੇ ਲਾ ਦਿਓ, ਤੇ ਜਿਹੜਾ ਬੰਦਾ ਇੰਟੈਲੀਜੈਂਟ ਇਮਾਨਦਾਰੀ ਨਾਲ ਕੰਮ ਕਰਦਾ, ਉਹਦੀ ਚੱਕ ਕੇ ਟਰਾਂਸਫਰ ਕਰ ਦਿੰਦੇ। ਉਹ ਪੁੱਛਦਾ ਸਰ ਮੇਰਾ ਕੀ ਕਸੂਰ ਹੈ, ਮੈਂ ਤਾਂ ਵਧੀਆ ਕੰਮ ਕਰ ਰਿਹਾ। ਉਹਦੇ ਕੋਲ ਜਵਾਬ ਕੁਛ ਨਹੀਂ ਹੁੰਦਾ, ਪਰ ਕਿਉਂਕਿ ਹੇਰਾ ਫੇਰੀ ਸਿਸਟਮ ਉਹਨੂੰ ਉੱਥੇ ਭੇਜ ਦਿੰਦਾ, ਉਹਦੀ ਆਤਮਾ ਜਾਗ ਪੈਂਦੀ ਹੈ, ਉਹ ਰਿਜ਼ਾਈਨ ਕਰ ਦਿੰਦਾ। ਲੋਕ ਸੋਚਦੇ ਨੇ ਵੀ ਇਹ ਰਿਜ਼ਾਈਨ ਕਰਦਾ ਐਡੀ ਵੱਡੀ ਪੋਸਟ ਤੋਂ, ਪਰ ਉਹ ਰੋਜ਼ਾਨਾ ਝੁਰ ਕੇ ਮਰਦਾ, ਰੋਜ਼ਾਨਾ ਦੁਖੀ ਹੁੰਦਾ। ਮਾਂ-ਬਾਪ ਤੇ ਰਿਸ਼ਤੇਦਾਰ ਨਹੀਂ ਸਮਝਦੇ, ਰਿਸ਼ਤੇਦਾਰ ਤਾਂ ਸੋਚਦੇ ਨੇ ਵੀ ਇਹਨੂੰ ਰਿਜ਼ਾਈਨ ਨਹੀਂ ਕਰਨਾ ਚਾਹੀਦਾ ਸੀਗਾ, ਕਿਉਂਕਿ ਜੇ ਰਿਜ਼ਾਈਨ ਕਰਤਾ ਹੁਣ ਇਹਦੀ ਪੁੱਛ ਪੜਤਾਲ ਨਹੀਂ, ਇਸ ਤਾਂ ਜ਼ਮੀਨਾਂ ਦੀ ਹੇਰਾ ਫੇਰੀ ਕਰਨੀਆਂ ਸੀ, ਸਾਡਾ ਤਾਂ ਰੋਹਬ ਹੋਣਾ ਸੀ, ਰੋਹਬ ਖਤਮ ਹੋ ਗਿਆ। ਪਰ ਉਹ ਬੰਦਾ ਅੰਦਰੋਂ ਖੁਸ਼ੀ ਚਾਹੁੰਦਾ, ਖੁਸ਼ੀ ਦੀ ਤੜਫ ਚਾਹੁੰਦਾ। ਅਜਿਹੇ ਬਹੁਤ ਸਾਰੇ ਇਸ ਨੂੰ ਕੁਇਟ ਕਹਿੰਦੇ ਨੇ, ਕਿਉਂਕਿ ਉਹਨੇ ਆਪਣਾ ਗੋਲ ਤਾਂ ਪ੍ਰਾਪਤ ਕਰ ਲਿਆ ਜਿਹੜਾ ਸਿਵਲ ਸਰਵਿਸ ਦਾ, ਪਰ ਉਹ ਗੋਲ ਤੋਂ ਅੱਗੇ ਸੈਟਿਸਫਾਈ ਨਹੀਂ ਹੈ, ਉਹ ਹੁਣ ਦੂਜਾ ਕੋਈ ਗੋਲ ਅਚੀਵ ਕਰਨਾ ਚਾਹੁੰਦਾ, ਪਰ ਜਿਹੜਾ ਪੁਰਾਣਾ ਗੋਲ ਉਹ ਕੁਇਟ ਕਹਿੰਦੇ, ਉਹਨੂੰ ਗਿਵ ਅਪ ਨਹੀਂ ਕਹਿੰਦੇ। ਅਜਿਹੀਆਂ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਐਗਜ਼ਾਮਪਲ ਨੇ ਜਿੱਥੇ ਯੰਗ IAS IPS ਆਫਿਸਰ ਨੇ ਰਿਜ਼ਾਈਨ ਕੀਤਾ। ਰਮਨ ਸੈਣੀ ਹੈ, ਰਾਜਨ ਸਿੰਘ ਹੈ, ਵਿਵੇਕ ਕੁਲਕਰਨੀ ਹੈ, ਪ੍ਰਵੇਸ਼ ਸ਼ਰਮਾ ਜਿਹੜਾ ਸੀਗਾ ਉਹ IAS ਅਫਸਰ ਸੀਗਾ, ਉਹਨੇ ਰਿਜ਼ਾਈਨ ਕਰਕੇ ਆਪਣੇ ਵੈਜੀਟੇਬਲ ਦੇ ਚੇਨ ਸਟੋਰ ਖੋਲ੍ਹ ਲਏ। ਜੇ ਪੈਸਾ ਹੀ ਕਮਾਉਣਾ ਤਾਂ ਪੈਸਾ ਤਾਂ IAS ਇਮਾਨਦਾਰੀ ਨਾਲ IAS IPS ਅਫਸਰ ਜੌਬ ਦੇ ਵਿੱਚ ਕੁਝ ਵੀ ਨਹੀਂ ਹੈ। ਜੇ ਰਿਸਪੈਕਟ ਵੀ ਲੈਣੀ ਹੈ, ਜਿਹੜਾ ਬੰਦਾ ਚੰਗਾ ਹੈ, ਜਦੋਂ ਤੁਸੀਂ ਚੰਗੇ ਕੰਮ ਕਰੋਗੇ, ਚਾਹੇ ਤੁਸੀਂ ਦੁਕਾਨਦਾਰ ਹੋ, ਚਾਹੇ ਤੁਸੀਂ ਪਟਵਾਰੀ ਹੋ, ਚਾਹੇ ਤੁਸੀਂ ਕਲਰਕ ਹੋ, ਤੇ ਲੋਕਾਂ ਦਾ ਮਨ ਜਿੱਦੋਂ ਤੁਹਾਨੂੰ ਅੰਦਰੋਂ ਖੁਸ਼ੀ ਹੋਊਗੀ। ਨਾਲੇ ਤੁਸੀਂ ਜਿਹੜਾ ਟਾਈਮ ਕੱਢ ਕੇ ਪਰਮਾਤਮਾ ਨੂੰ ਯਾਦ ਕਰੋਗੇ, ਤੇ ਉਹ ਜਦੋਂ ਪਰਮਾਤਮਾ ਨੂੰ ਯਾਦ ਕਰਦੇ ਤਾਂ ਸਾਨੂੰ ਅੰਦਰੋਂ ਖੁਸ਼ੀ ਹੋਏਗੀ। ਸੋ ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋਈਏ, ਤਾਂ ਸਾਨੂੰ ਜ਼ਿੰਦਗੀ ਦੇ ਵਿੱਚ 4 ਜਿਹੜੇ ਪੁਆਇੰਟਸ ਨੇ ਉਹ ਅਡਾਪਟ ਕਰਨੇ ਪੈਣਗੇ। ਪਹਿਲਾ ਪੁਆਇੰਟ ਕੀ ਹੈ ਕਿ ਵੀ ਹੈਵ ਟੂ ਡਿਟਰਮਿਨ ਦਾ ਗੋਲ। ਪਹਿਲਾਂ ਜ਼ਿੰਦਗੀ ਦੇ ਵਿੱਚ ਆਪਣਾ ਡਿਟਰਮਿਨ ਕਰੋ ਕਿ ਮੈਂ ਬਿਜ਼ਨਸਮੈਨ ਬਣਨਾ ਹੈ, ਕੋਈ ਮੈਂ ਸਿਵਲ ਸਰਵਿਸ ਜਾਣਾ, ਕੋਈ ਪਲੇਅਰ ਬਣਨਾ, ਕੋਈ ਡਾਕਟਰ ਬਣਨਾ, ਕੋਈ ਇੰਜੀਨੀਅਰ ਬਣਨਾ, ਕੋਈ ਪ੍ਰੋਫੈਸਰ ਬਣਨਾ। ਫਿਰ ਜਿਹੜਾ ਵੀ ਗੋਲ ਤੁਸੀਂ ਫਿਕਸ ਕਰ ਲਿਆ, ਉਹਦੇ ਲਈ ਤੁਹਾਨੂੰ ਐਕਸਪਰਟ ਦੀ ਲੋੜ ਹੈ, ਉਸ ਫੀਲਡ ਦਾ ਜਿਹੜਾ ਐਕਸਪਰਟ ਹੋਵੇ। ਫਾਈਂਡ ਏ ਮੈਂਟਰ ਜਿਹੜਾ ਉਸ ਫੀਲਡ ਦਾ ਹੋਵੇ। ਜੇ ਸਪੋਰਟਸ ਜਾਂ ਨਾ, ਸਪੋਰਟਸ ਦਾ ਕੋਈ ਕੋਚ ਚਾਹੀਦਾ। ਫਿਰ ਤੁਸੀਂ ਪਹਿਲੇ ਦਿਨ ਨਹੀਂ ਸਕਸੈਸ ਹੋ ਸਕਦੇ। ਇਹ ਪਹਿਲਾਂ ਦਿਮਾਗ 'ਚ ਪਾ ਲਓ ਕਿ ਮੈਂ ਕੋਸ਼ਿਸ਼ ਕਰੀ ਜਾਂ ਨਹੀਂ ਹੈ, ਜਿੰਨੀ ਵਾਰੀ ਵੀ ਕੋਸ਼ਿਸ਼ ਮੈਂ ਅਸਫਲ ਹੋਊਂਗਾ, ਫੇਲ ਹੋਊਂਗਾ, ਉਹ ਸੋਚਣਾ ਵੀ ਮੈਂ ਫੇਲ ਕਿਉਂ ਹੋਇਆ, ਵਾਟ ਆਰ ਦਾ ਪੁਆਇੰਟਸ, ਲੈਕ ਆਫ ਜਿਹੜੀ ਹੈਗੀ ਪ੍ਰੋਬਲਮਸ ਕੀ ਨੇ, ਉਹ ਕਮੀਆਂ ਦੂਰ ਕਰਕੇ ਫੇਰ ਟਰਾਈ ਕਰੋ। ਸੋ ਕੰਸਿਸਟੈਂਸੀ ਜਿਹੜੀ ਹੈ, ਲਗਾਤਾਰ ਕੰਮ ਕਰਦੇ ਰਹਿਣਾ ਹੀ, ਕਰਦੇ ਰਹੋ। ਜਿਹੜੀ ਫੇਲ ਹੋਈਆਂ ਜਿਹੜੀਆਂ ਮਿਸ਼ਨ ਤੋਂ, ਕੰਮ ਤੋਂ, ਉਹਦੀਆਂ ਘਾਟ ਜਿਹੜੇ ਨੇ ਉਹ ਦੂਰ ਕਰਕੇ ਫਿਰ ਨਵੇਂ ਸਿਰੋਂ ਸ਼ੁਰੂ ਕਰੋ, ਤੇ ਅਖੀਰ ਵਿੱਚ ਕਾਮਯਾਬੀ ਸਾਨੂੰ ਜ਼ਰੂਰ ਮਿਲ ਜਾਊਗੀ। ਕੋਸ਼ਿਸ਼ ਕਰਨੀ ਹੈ। ਦੇਖ ਲਓ, ਮੈਂ ਇੱਕ ਐਗਜ਼ਾਮਪਲ ਦਿੰਦਾ ਬਾਜ ਦੀ। ਬਾਜ ਇੱਕ ਪੰਛੀ ਹੁੰਦਾ ਜਿਹਨੂੰ ਹੌਕ ਕਹਿੰਦੇ ਨੇ, ਫੈਲਕਨ ਵੀ ਕਹਿੰਦੇ ਨੇ, FALCON, ਫੈਲਕਨ। ਇਹ ਦੇਖੋ, ਇਹਦੀ ਉਮਰ 70 ਸਾਲ ਦੀ ਹੁੰਦੀ ਹੈ। ਸਭ ਤੋਂ ਉੱਚਾ ਉੱਡਣ ਵਾਲਾ, ਜਿਵੇਂ ਆਪਣੇ ਸਿੱਖ ਧਰਮ ਦੇ ਵਿੱਚ ਦਿੱਤਾ ਨਾ, ਗੁਰੂ ਗੋਬਿੰਦ ਸਿੰਘ ਦੇ ਬਾਜ ਉਂਗਲੀ ਤੇ ਹੁੰਦਾ ਹੈ। ਸੋ ਬਾਜ ਬੜੀ ਉਚਾਈ ਤੇ ਜਾਂਦਾ ਹੈ, ਤੇ ਉਹਦੀਆਂ ਖਾਸੀਅਤ ਇਹ ਹੈ ਕਿ ਜਦੋਂ ਮੀਂਹ ਪੈਂਦਾ, ਕਿਉਂਕਿ ਫਰ ਹੁੰਦੇ ਨੇ ਉਹਦੇ ਭਾਰੇ, ਜਦੋਂ ਮੀਂਹ ਹੁੰਦਾ ਉਹ ਮੀਂਹ ਤੋਂ ਵੀ ਉੱਪਰ ਬੱਦਲਾਂ ਤੋਂ ਉੱਪਰ ਚਲਾ ਜਾਂਦਾ, ਉਹਦੇ ਅਸਰ ਨਹੀਂ ਹੁੰਦਾ, ਨਾ ਹੀ ਉਹ ਗਰੁੱਪ ਦੇ ਵਿੱਚ ਰਹਿੰਦਾ। ਉਹ ਇੰਨੀ ਉਚਾਈ ਤੇ ਉੱਡ ਜਾਂਦਾ, ਤੇ ਉੱਪਰੋਂ ਦੇਖ ਕੇ ਆਪਣਾ ਜਿਹੜਾ ਗੋਲ ਹੈ ਫਿਕਸ ਕਰ ਲੈਂਦਾ, ਮੈਂ ਆਹ ਪੰਛੀ ਨੂੰ ਮਾਰਨਾ, ਇਹਨੂੰ ਮਾਰਨਾ, ਮੱਛੀ ਚੱਕਣੀ ਹੈ ਜਾਂ ਕੁਝ ਚੱਕਣੀ ਹੈ, ਉਹ ਜਾ ਕੇ ਚੱਕ ਲੈਂਦਾ। ਪਰ ਹੁਣ ਜਿਹੜੀ ਮੈਂ ਗੱਲ ਦੱਸਣੀ ਚਾਹੁੰਦਾ ਕਿ ਉਹ ਜਿਹੜਾ ਬਾਜ ਹੈ,
ਫੈਲਕਨ ਹੈ ਉਹਦੀ ਉਮਰ ਲਗਭਗ 70 ਈਅਰ 70 ਸਾਲ ਦੀ ਹੁੰਦੀ ਹੈ। ਪਰ ਜਦੋਂ ਉਹਦੀ ਉਮਰ 40 ਸਾਲ ਦੀ ਹੋ ਜਾਂਦੀ ਹੈ ਨਾ, ਤਾਂ ਜਿਹੜੀ ਉਹਦੀ ਚੁੰਝ ਹੈ ਜਿਹੜੀ ਬੜੀ ਤੇਜ਼ ਹੁੰਦੀ ਹੈ, ਚੁੰਝ ਉਹ ਟੇਢੀ ਹੋ ਜਾਂਦੀ ਹੈ। ਜਿਹੜੇ ਉਹਦੇ ਪੰਜੇ ਨੇ, ਉਹਦੇ ਪੰਜਿਆਂ ਦੇ ਜਿਹੜੇ ਨਹੁੰ ਨੇ, ਉਹ ਜ਼ਮੀਨ ਕੰਨੀ ਨੂੰ ਮੁੜਨੇ ਸ਼ੁਰੂ ਖੁੰਡੇ ਹੋ ਜਾਂਦੇ ਨੇ, ਜਿਹਦੇ ਕਰਕੇ ਉਹ ਪੰਜਿਆਂ ਨਾਲ ਚੀਜ਼ ਨਹੀਂ ਚੱਕ ਸਕਦਾ। ਤੇ ਜਿਹੜੇ ਉਹਦੇ ਫਰ ਹੁੰਦੇ ਨੇ, ਪੰਖ ਹੁੰਦੇ ਨੇ, ਉਹ ਇੰਨੇ ਭਾਰੀ ਹੋ ਜਾਂਦੇ ਨੇ ਕਿ ਉਹ ਉੱਡ ਨਹੀਂ ਸਕਦਾ। ਹੁਣ ਦੇਖੋ, ਜਦੋਂ ਉਹ ਨਾ ਤਾਂ ਫੰਗਾ ਕਰਕੇ ਉੱਡ ਸਕਦਾ, ਨਾ ਹੀ ਉਹ ਜਿਹੜੇ ਉਹਦੇ ਆਪਣੇ ਪੰਜੇ ਨੇ ਨਹੁੰ ਨਾਲ ਫੜ ਸਕਦਾ, ਚੁੰਝ ਅਸੀਂ ਮਾਰ ਕੇ ਉਹ ਤੋੜ ਨਹੀਂ ਸਕਦਾ। ਤੇ ਉਹਦੇ ਫਿਰ ਦੋ ਹੀ ਤਰੀਕੇ ਨੇ ਕਿ ਜਾਂ ਤਾਂ ਚੁੱਪ ਕਰਕੇ ਦਰਖਤ ਤੇ ਬੈਠਾ ਰਹੇ ਤੇ ਸਾਰੀ ਜਿਹੜੀ ਬਾਕੀ ਉਮਰ ਹੈ ਤੜਫ ਤੜਫ ਕੇ ਮਰ ਜੇ। ਪਰ ਬਾਜ ਐ ਨਹੀਂ ਕਰਦਾ, ਉਹ ਮਿਹਨਤ ਕਰਦਾ ਹੈ। ਮਿਹਨਤ ਕਿਵੇਂ ਕਰਦਾ ਹੈ ਕਿ ਉਹ ਆਪਣੀ ਜਿਹੜੀ ਚੁੰਝ ਹੈ ਨਾ, ਉਹ ਪੱਥਰ ਤੇ ਮਾਰ ਕੇ ਤੋੜ ਲੈਂਦਾ। ਦਰਦ ਬਹੁਤ ਹੁੰਦਾ, ਖੂਨ ਵੀ ਨਿਕਲਦਾ, ਪਰ ਉਹ ਪਰਵਾਹ ਨਹੀਂ ਕਰਦਾ। ਫਿਰ ਉਹ ਜਿਹੜੇ ਉਹਦੇ ਨਹੁੰ ਹੁੰਦੇ ਨੇ, ਜਿਹੜੇ ਜ਼ਮੀਨ ਕੰਨੀ ਨੂੰ ਪੁੱਠੇ ਜਿਹੇ ਧਰ ਜਾਂਦੇ ਨੇ, ਉਹ ਪੱਥਰ ਤੇ ਘਸਾ ਕੇ ਤਿੱਖੇ ਕਰ ਲੈਂਦੇ। ਕਹਿੰਦੇ ਨੇ ਕਿ 6 ਮਹੀਨੇ ਵਿੱਚ ਜਿਹੜੀ ਉਹਦੀ ਚੁੰਝ ਹੈ ਨਾ, ਉਹ ਮੁੜ ਕੇ ਆ ਜਾਂਦੀ ਹੈ ਸਿੱਧੀ, ਤੇ ਉਸੇ ਤਰ੍ਹਾਂ ਹੀ ਆ ਜਾਂਦੀ ਹੈ। ਤੇ ਫਿਰ ਉਹ ਆਪਣੇ ਜਿਹੜੇ ਨਹੁੰ ਤਿੱਖੇ ਕੀਤੇ ਹੁੰਦੇ ਨੇ, ਤੇ ਚੁੰਝ ਦੇ ਨਾਲ ਤੇ ਨਹੁੰਾਂ ਦੇ ਨਾਲ ਆਪਣੇ ਜਿਹੜੇ ਫੰਗ ਨੇ ਉਹਨੂੰ ਕੁਤਰ ਕੇ ਉਹ ਉੱਡਣ ਦੇ ਆਪਣੇ ਆਪ ਨੂੰ ਕਾਬਲ ਬਣਾ ਲੈਂਦਾ। ਸੋ ਕਹਿਣ ਦਾ ਪਰਪਸ ਇਹ ਹੈ ਵੀ ਜਿਹੜਾ ਬੰਦਾ ਜਿਹੜਾ ਆਪਣਾ ਬਾਜ ਹੈ, ਉਹ ਤੋਂ ਵੀ ਅਸੀਂ ਸਿੱਖ ਸਕਦੇ ਹਾਂ ਕਿ ਜੇ ਉਹ ਚੁੱਪ ਕਰਕੇ ਬੈਠਿਆ ਰਹਿੰਦਾ ਤਾਂ ਸਾਰੀ ਜ਼ਿੰਦਗੀ ਰੋਕ ਹੀ ਕੱਢਣੀ ਸੀ ਉਹਨੇ। ਪਰ ਉਹਨੇ ਮਿਹਨਤ ਕੀਤੀ, ਤਕਲੀਫ ਪਾਈ, ਤੇ ਅਖੀਰ ਦੇ ਵਿੱਚ ਕਾਮਯਾਬ ਹੋਗਾ, ਤੇ ਫਿਰ ਪੂਰੀ ਜ਼ਿੰਦਗੀ ਜਿਹੜੀ ਹੈ ਨਾ, ਉਹ ਸ਼ਿਕਾਰ ਕਰਦਾ ਰਿਹਾ। ਇਸੇ ਤਰ੍ਹਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਕੋਸ਼ਿਸ਼ ਤੋਂ ਕਦੇ ਵੀ ਭੱਜਣਾ ਨਹੀਂ ਚਾਹੀਦਾ। ਵਿਰਾਟ ਕੋਹਲੀ ਆਪਣਾ ਕ੍ਰਿਕਟਰ ਹੈ, ਇੰਡੀਆ ਦੀ ਟੀਮ ਦਾ ਕੈਪਟਨ ਵੀ ਰਿਹਾ, ਦੁਨੀਆ ਦਾ ਇੱਕ ਬਿਹਤਰੀਨ ਕ੍ਰਿਕਟਰ ਮੰਨਿਆ ਜਾਂਦਾ, ਪਲੇਅਰ ਮੰਨਿਆ ਜਾਂਦਾ ਹੈ। ਇਹ ਸਿਰਫ 11 ਜਮਾਤਾਂ ਹੀ ਪੜ੍ਹਿਆ, ਬਾਹਲਾ ਕੋਈ ਪੜ੍ਹਿਆ ਲਿਖਿਆ ਨਹੀਂ ਹੈ। ਪਰ ਕਹਿੰਦੇ ਨੇ ਕਿ ਜਦੋਂ ਇਹ ਪੈਦਾ ਹੋਇਆ ਨਾ, ਇਹਦਾ ਫਾਦਰ, ਇਹ ਦਿੱਲੀ ਵਿੱਚ ਐਕਚੁਅਲੀ ਪੈਦਾ ਹੋਇਆ ਸੀ 1988 'ਚ, ਮੇਰੇ ਖਿਆਲ, ਜਿਵੇਂ ਗਲਤ ਨਹੀਂ, ਪੰਜਾਬੀ ਪਰਿਵਾਰ 'ਚ। ਇਹਦੇ ਫਾਦਰ ਦਾ ਇੱਕ ਸੁਪਨਾ ਸੀ ਕਿ ਇਹਨੂੰ ਵਧੀਆ ਕ੍ਰਿਕਟਰ ਬਣਾਉਣਾ। ਸੋ ਇਹ ਕਿਹਾ ਜਾਂਦਾ ਕਿ ਜਦੋਂ ਇਹ 3 ਸਾਲ ਦਾ ਸੀ, 3 ਸਾਲ ਦਾ ਬੱਚਾ ਕੀ ਹੁੰਦਾ, ਛੋਟਾ ਜਿਹਾ ਹੁੰਦਾ, ਇੱਕ ਦਿਨ ਬੈਟ ਫੜ ਲਿਆ ਹੱਥ 'ਚ ਫੜ ਕੇ, ਆਪਣੇ ਡੈਡ ਨੂੰ ਕਹਿੰਦਾ, ਪਾਪਾ ਬਾਲ ਕਰੀਓ, ਮੈਂ ਖੇਡਣੀ ਆ ਕ੍ਰਿਕਟ ਤੁਹਾਡੇ ਨਾਲ। 3 ਸਾਲ ਦੇ ਬੱਚੇ ਦੇ ਦਿਮਾਗ ਦੇ ਵਿੱਚ ਹੀ ਇਹ ਗੱਲ ਬੈਠ ਗਈ ਕਿ ਮੈਂ ਕ੍ਰਿਕਟ ਦਾ ਇੰਟਰਸਟ ਸੀਗਾ। ਕਹਿੰਦੇ ਨੇ ਇਹ ਦਿਨ ਰਾਤ ਕ੍ਰਿਕਟ ਦੇ ਮੈਦਾਨ ਦੇ ਵਿੱਚ ਪ੍ਰੈਕਟਿਸ ਕਰਦਾ, ਕਈ ਘੰਟੇ। ਜਿਵੇਂ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਜਾਂਦਾ ਕਿ ਉਹ ਅਰਲੀ ਇਨ ਦਾ ਮਾਰਨਿੰਗ ਉੱਠ ਕੇ ਪ੍ਰੈਕਟਿਸ ਕਰਨ ਜਾਂਦਾ, ਕਈ ਘੰਟੇ ਕਰਦਾ ਸੀ। ਇਸੇ ਤਰ੍ਹਾਂ ਹੀ ਕਿਹਾ ਜਾਂਦਾ ਹੈ ਕਿ 2006 ਦੇ ਵਿੱਚ ਕਰਨਾਟਕ ਦੇ ਵਿੱਚ ਰਣਜੀ ਟਰਾਫੀ ਦੇ ਮੈਚ ਹੋਏ ਸੀਗੇ, ਤੇ ਜਿਹੜਾ ਆਪਣਾ ਵਿਰਾਟ ਕੋਹਲੀ ਹੈ, ਇਹ ਪਹਿਲੇ ਦਿਨ ਜਦੋਂ ਖੇਡ ਰਿਹਾ ਸੀਗਾ, ਤੇ ਪਹਿਲੇ ਦਿਨ ਦੇ ਅੰਤ ਤੇ ਇਹਨੇ 46 ਰਨਾਂ ਬਣਾਈਆਂ ਸੀ, ਨਾਟ ਆਊਟ ਰਹਿ ਗਏ। ਦੂਜੇ ਦਿਨ ਫੇਰ ਖੇਡਣਾ ਸੀ, ਉਹ ਕੋਈ ਟੈਸਟ ਮੈਚ ਸੀਗਾ। ਜਦੋਂ ਇਹ 46 ਰਨ ਬਣਾ ਕੇ ਨਾਟ ਆਊਟ ਹੋਇਆ, ਤੇ ਅਚਾਨਕ ਹੀ ਇਹਨੂੰ ਖਬਰ ਮਿਲੀ ਕਿ ਤੇਰੇ ਫਾਦਰ ਦੀ ਦਿੱਲੀ ਵਿੱਚ ਡੈਥ ਹੋ ਗਈ। ਸਾਰੇ ਬੰਦੇ ਕਹਿੰਦੇ ਵੀ ਹੁਣ ਇਹਨੇ ਤਾਂ ਚਲੇ ਜਾਣਾ ਦਿੱਲੀ, ਆਫਕੋਰਸ ਫਾਦਰ ਦੀ ਡੈਥ ਹੋਈ ਹੈ, ਪਰ ਇਹਨੇ ਅੱਗੇ ਜਿਹੜਾ ਸੀ ਪਿਤਾ ਦਾ ਸੁਪਨਾ ਸੀ ਕਿ ਉਹ ਚਾਹੁੰਦਾ ਸੀ ਵਧੀਆ ਕ੍ਰਿਕਟਰ ਹੋਵੇ। ਸੋ ਇਹ ਦੂਸਰੇ ਦਿਨ ਖੇਡਿਆ, ਇਹਨੇ ਪੂਰੀ ਸੈਂਚਰੀ ਬਣਾਈ, ਫੇਰ ਜਾ ਕੇ ਫਾਦਰ ਦੇ ਫਿਊਨਰਲ ਦੇ ਵਿੱਚ ਸ਼ਾਮਲ ਹੋਇਆ, ਕਿਉਂਕਿ ਵਿਰਾਟ ਦੇ ਅੰਦਰ ਜਿੱਦ ਸੀ ਕਿਸੇ ਚੀਜ਼ ਨੂੰ ਪਾਉਣ ਦੀ, ਪਾਗਲਪਨ ਸੀ, ਜਿਸ ਕਰਕੇ ਉਸਨੇ ਕ੍ਰਿਕਟ ਵਿੱਚ ਬਹੁਤ ਰਿਕਾਰਡ ਬਣਾਏ। ਸਚਿਨ ਤੰਦੂਲਕਰ ਛੋਟਾ ਜਿਹਾ ਹੀ ਹੈ ਕੱਦ ਦਾ, 10ਵੀਂ ਫੇਲ ਹੈ, ਪਰ ਦੁਨੀਆ ਦਾ ਸਭ ਤੋਂ ਬਿਹਤਰ ਬੱਲੇਬਾਜ਼ ਉਹਨੂੰ ਮੰਨਿਆ ਜਾਂਦਾ। ਕਿਉਂ? ਆਪਣੀ ਮਿਹਨਤ ਤੇ ਜਨੂਨ ਕਰਕੇ। ਮੈਂ ਪੜ੍ਹ ਰਿਹਾ ਸੀਗਾ ਕਿ ਇੱਕ ਵਾਰ ਪਾਕਿਸਤਾਨ ਤੇ ਜਦੋਂ ਇੰਡੀਆ ਦਾ ਮੈਚ ਹੋਇਆ, ਪਾਕਿਸਤਾਨੀ ਬੜੇ ਫਾਸਟ ਬਾਲਰ ਸੀ, 150 ਕਿਲੋਮੀਟਰ ਦੀ ਸਪੀਡ ਤੇ ਬਾਲ ਸਿੱਟਦੇ ਸੀਗੇ। ਇਹ 16 ਸਾਲ ਦਾ ਸੀ, ਕੱਦ ਵੈਸੇ ਹੀ ਛੋਟਾ ਸੀ ਤੇ ਹੈ ਵੀ 16 ਸਾਲ ਦਾ ਸੀਗਾ। ਤੇ ਜਦੋਂ ਬਾਲ ਮਾਰੀ ਤੇ ਨੱਕ ਤੇ ਸਿੱਧੀ ਆ ਕੇ ਬਾਲ ਵੱਜੀ ਤੇ ਡਿੱਗ ਪਿਆ ਥੱਲੇ, ਤੇ ਖੂਨੋਂ ਖੂਨ ਹੋ ਗਿਆ। ਤੇ ਈਵਨ ਕਹਿੰਦੇ ਨੇ ਵੀ ਮੈਨੂੰ ਹੁਣ ਪੱਕਾ ਨਹੀਂ ਪਤਾ, ਨਵਜੋਤ ਨੇ ਕਿਹਾ ਵੀ ਤੂੰ ਰੈਸਟ ਕਰ ਜਾ, ਹਸਪੀਟਲ ਚਲਾ ਜਾ। ਇਹ ਕਾਫੀ ਚਿਰ ਧਰਤੀ ਤੇ ਪਿਆ ਰਿਹਾ, ਫਿਜ਼ੀਓਥੈਰੇਪਿਸਟ ਵੀ ਆਏ, ਹੋਰ ਵੀ ਆਏ, ਤੇ ਜਦੋਂ ਇਹ 2-4 ਮਿੰਟ ਬਾਅਦ ਉੱਠਿਆ, ਕਹਿੰਦਾ ਆਈ ਪਲੇ, ਉਹ ਜਿਹੜੀ ਆਪਣੀ ਇਹਨਾਂ ਦੀ ਮਹਾਰਾਸ਼ਟਰ ਦੀ ਹੈ, ਮੈਂ ਖੇਲੂੰਗਾ ਜਾਂ ਕੁਝ ਵੀ ਕਿਹਾ। ਇਹਦੇ 2 ਵਰਡ ਸੀਗੇ, ਤਾਂ ਹੀ ਇਹਦੀ ਜਿਹੜੀ ਡਿਟਰਮੀਨੇਸ਼ਨ ਸੀਗੀ ਨਾ, ਉਹਦੇ ਕਰਕੇ ਦੁਨੀਆ ਦਾ ਬੈਸਟ ਕ੍ਰਿਕਟਰ ਮੰਨਿਆ ਗਿਆ। ਇਹਨੂੰ ਭਾਰਤ ਰਤਨ ਵੀ ਦਿੱਤਾ ਹੈ। ਫੁੱਟਬਾਲ ਦੀ ਗੱਲ ਕਰ ਲਓ, ਜਿਹੜਾ ਪੁਰਤਗੀਜ਼ ਹੈ, ਪੁਰਤਗਾਲ ਦਾ ਰਹਿਣ ਵਾਲਾ ਹੈ, ਰੋਨਾਲਡੋ, ਉਹ ਦੁਨੀਆ ਦਾ ਇੱਕ ਬਹੁਤ ਵਧੀਆ ਟੌਪ ਦਾ ਖਿਲਾੜੀ ਮੰਨਿਆ ਜਾਂਦਾ ਫੁੱਟਬਾਲ ਦੇ ਵਿੱਚ, ਸੌਕਰ ਦੇ ਵਿੱਚ ਜਿਹਨੂੰ ਕਿਹਾ ਜਾਂਦਾ। ਇੱਕ ਰਾਤ ਕੀ ਹੋਇਆ ਕਿ ਇਹਨਾਂ ਦਾ ਕੈਂਪ ਲੱਗਿਆ ਵਾ ਸੀਗਾ। ਜਦੋਂ ਕੈਂਪ ਲੱਗਿਆ ਵਾ ਸੀਗਾ ਤੇ ਉਹ ਕੈਂਪ ਜੰਗਲ ਦੇ ਵਿੱਚ ਸੀਗਾ। ਅੱਧੀ ਰਾਤ ਨੂੰ ਉਹਦੇ ਕੋਚ ਨੇ ਸੁਣਿਆ, ਰੋਨਾਲਡੋ ਦੇ ਕੋਚ ਨੇ ਸੁਣਿਆ ਕਿ ਕੋਈ ਜੰਗਲ ਦੇ ਵਿੱਚ
ਦੌੜਿਆ ਜਾ ਰਿਹਾ, ਉਹਨੇ ਸੋਚਿਆ ਕੋਈ ਜਾਨਵਰ ਹੋਊਗਾ, ਪੱਤੇ ਹਿਲ ਰਹੇ ਨੇ, ਰਾਤ ਨੂੰ ਤਾਂ ਆਵਾਜ਼ਾਂ ਆਉਂਦੀਆਂ ਨੇ। ਫਿਰ ਉਹਨੇ ਸੋਚਿਆ ਵੀ ਹੋ ਸਕਦਾ ਕੋਈ ਮੀਡੀਆ ਵਾਲਾ, ਟੀਵੀ ਵਾਲਾ ਰੋਨਾਲਡੋ ਦੀ ਮੂਵੀ ਬਣਾ ਰਿਹਾ ਹੋਵੇ। ਤੇ ਉਹ ਲੁਕ ਕੇ ਜਦੋਂ ਗਿਆ ਰੋਨਾਲਡੋ ਦੇ ਕਮਰੇ ਦੇ ਬਾਹਰ, ਤੇ ਕੀ ਦੇਖਦਾ ਕਿ ਦੂਰ ਰੋਨਾਲਡੋ ਜਿਹੜਾ ਸੀਗਾ ਉਹ ਜੰਗਲ ਦੇ ਵਿੱਚ ਫੁੱਟਬਾਲ ਦੀ ਪ੍ਰੈਕਟਿਸ ਕਰ ਰਿਹਾ ਸੀ। ਇਹਨੂੰ ਕਹਿੰਦੇ ਨੇ ਜਨੂਨ। ਆਮ ਤੌਰ ਤੇ ਅਸੀਂ ਪੂਰੀ ਲਗਨ ਨਾਲ ਮਿਹਨਤ ਨਹੀਂ ਕਰਦੇ, ਸਗੋਂ ਅਸੀਂ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਆ ਕਿ ਜੇ ਕਿਸਮਤ ਹੋਇਆ ਬਣ ਜਾਾਂਗੇ, ਕਿਸਮਤ ਨਾਲ ਨਹੀਂ। ਹਿੰਮਤ ਕਰੇ ਇਨਸਾਨ ਤਾਂ ਕਿਆ ਕੁਛ ਹੋ ਨਹੀਂ ਸਕਦਾ। ਰੋਨਾਲਡੋ ਦੀ ਉਮਰ 12 ਸਾਲ ਦੀ ਸੀ ਜਦੋਂ ਉਹਨੇ ਪਹਿਲਾ ਕੋਚਿੰਗ ਕੈਂਪ ਲਾਇਆ, ਆਪਣੇ ਪਰਿਵਾਰ ਤੋਂ ਦੂਰ ਰਿਹਾ। 15 ਸਾਲ ਦੀ ਉਮਰ ਦੇ ਵਿੱਚ ਉਹਦੇ ਹਾਰਟ ਦੀ ਇੱਕ ਸਵੀਅਰ ਪ੍ਰੋਬਲਮ ਆ ਗਈ। ਡਾਕਟਰ ਕਹਿੰਦੇ ਹੁਣ ਤੂੰ ਸਾਰੀ ਜ਼ਿੰਦਗੀ ਫੁੱਟਬਾਲ ਨਹੀਂ ਖੇਡ ਸਕਦਾ, ਪਰ ਇਹਨੇ ਰਿਸਕੀ ਸਰਜਰੀ ਕਰਾ ਕੇ ਫੁੱਟਬਾਲ ਨੂੰ ਤਰਜੀਹ ਦਿੱਤੀ। ਤੇ ਇਹਦੇ ਫਾਦਰ ਕਿਉਂਕਿ ਸ਼ਰਾਬੀ ਸੀਗਾ, ਤੇ ਉਹ ਜਿਹੜਾ ਸੀਗਾ ਸ਼ਰਾਬੀ ਹੋਣ ਕਰਕੇ ਮਾਲੀ ਸੀਗਾ, ਤੇ ਉਹਦੀ ਡੈਥ ਹੋ ਗਈ। ਮਾਂ ਨੇ ਲੋਕਾਂ ਦੇ ਭਾਂਡੇ ਮਾਂਜੇ, ਪਰ ਰੋਨਾਲਡੋ ਫੁੱਟਬਾਲ ਖੇਡਣ ਦਾ ਜਨੂਨ ਸੀ। ਮੈਚ ਖੇਡਣ ਤੋਂ ਬਾਅਦ ਲੋਕ ਆ ਕੇ ਰੈਸਟ ਕਰਦੇ ਨੇ, ਪਰ ਇਹ ਸਿੱਧਾ ਜਿਮ 'ਚ ਜਾ ਕੇ ਹੋਰ ਪ੍ਰੈਕਟਿਸ ਕਰਦਾ ਹੈ। ਇੱਕ ਵਾਰ ਕਿਹਾ ਜਾਂਦਾ ਕਿ ਕਿਸੇ ਨੇ ਪਾਰਟੀ ਦਿੱਤੀ ਮੈਚ ਤੋਂ ਬਾਅਦ, ਉਹਦੇ ਘਰੇ ਡਿਨਰ ਸੀਗਾ, ਤੇ ਸਾਰੇ ਬੰਦੇ ਆਪਣਾ ਖਾਣਾ ਪੀਣਾ ਖਾ ਕੇ ਉਹਦੇ ਸਟੂਡੀਓ 'ਚ ਆ ਗਏ। ਪਰ ਇਹ ਸਟੂਡੀਓ ਜਾਣ ਦੀ ਥਾਂ ਜੋ ਦੇਖਿਆ ਰੋਨਾਲਡੋ ਤਾਂ ਆਇਆ ਹੀ ਨਹੀਂ, ਸਿੱਧਾ ਜਾ ਕੇ ਪਲੇਗਰਾਊਂਡ ਦੇ ਵਿੱਚ ਜਾ ਕੇ ਪ੍ਰੈਕਟਿਸ ਕਰਦਾ ਰਿਹਾ। ਸੋ ਕਹਿਣ ਦਾ ਮੇਰਾ ਮਤਲਬ ਹੈ ਕਿ ਜਿਹੜੀ ਬੰਦੇ ਨੇ ਗੋਲ ਅਚੀਵ ਕਰਨਾ ਹੁੰਦਾ ਨਾ, ਉਹਦੇ ਵਿੱਚ ਮੁਸ਼ਕਲਾਂ ਬਹੁਤ ਹੁੰਦੀਆਂ ਨੇ, ਪਰ ਮੁਸ਼ਕਲਾਂ ਦੀ ਕਦੇ ਪਰਵਾਹ ਨਹੀਂ ਕਰਨੀ ਚਾਹੀਦੀ। ਮੁਸ਼ਕਲਾਂ ਤਾਂ ਆਉਣਗੀਆਂ। ਜੇ ਈਜ਼ੀ ਤਰੀਕੇ ਨਾਲ ਅਸੀਂ ਗੋਲ ਪ੍ਰਾਪਤ ਕਰ ਲਈਏ, ਫਿਰ ਤਾਂ ਹਰੇਕ ਹੀ ਕਰ ਲੂਗਾ। ਤਾਂ ਹੀ ਕੁਝ ਬੰਦੇ ਕਰਦੇ ਨੇ ਜਿਹੜੇ ਕਿ ਮੁਸ਼ਕਲਾਂ ਨੂੰ ਫੇਸ ਕਰਦੇ ਨੇ, ਕਿਉਂਕਿ ਕਿਹਾ ਜਾਂਦਾ ਹੈ ਮੁਸ਼ਕਿਲੋਂ ਸੇ ਘਿਰਾ ਹੂੰ, ਮੁਸ਼ਕਿਲਾਂ ਨੇ ਘੇਰ ਲਿਆ, ਮੁਸ਼ਕਿਲੋਂ ਸੇ घिरा हूं पर परेशान नहीं हूं। पर हम बरी नहीं कर रहा, मुश्किलों से घिरा हूं पर परेशान नहीं हूं। हालातों से डर जाऊं, मैं कमजोर इंसान नहीं हूं। रुख मोड़ सकता हूं मैं तूफानों के भी, जानदार हूं मैं कोई बेजान नहीं हूं। मैं एक ਜਿਹੜਾ ਜਿਉਂਦਾ ਜਾਗਦਾ ਇਨਸਾਨ ਆ, ਤੇ ਮੈਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਦੋਂ ਮੈਂ ਆਪਣੀ ਮਾਂ ਦੇ ਪੇਟ ਵਿੱਚ ਸੀਗਾ ਤਾਂ ਜਿਹੜੀ ਮੇਰੀ ਲਾਈਫ ਸੀ, ਜਿਹੜੀ ਜਾਨ ਸੀ, ਉਹ ਕਿਹਨੇ ਪਾਈ ਸੀਗੀ? ਨਾ ਪਿਓ ਨੇ ਪਾਈ ਹੈ, ਨਾ ਮਾਂ ਨੇ ਪਾਈ ਹੈ। ਉਹਨੂੰ ਪਾਉਣ ਵਾਲਾ ਪਰਮਾਤਮਾ ਸੀ, ਕੁੱਲ ਮਾਲਕ ਸੀ, ਜਿਹਨੇ ਕਾਇਨਾਤ ਨੂੰ ਪੈਦਾ ਕੀਤਾ। ਜਦੋਂ ਮੇਰੀ ਜਾਨ ਉਸ ਪਰਮਾਤਮਾ ਨੇ ਪਾਈ ਹੈ, ਮੈਂ ਉਸ ਪਰਮਾਤਮਾ ਦਾ ਬੱਚਾ, ਤੇ ਫਿਰ ਮੈਨੂੰ ਡਰਨ ਦੀ ਕੀ ਲੋੜ ਹੈ? ਮੈਨੂੰ ਤਾਂ ਹਮੇਸ਼ਾ ਭਰੋਸਾ ਹੋਣਾ ਚਾਹੀਦਾ ਪਰਮਾਤਮਾ ਦੇ ਵਿੱਚ। ਇਸ ਕਰਕੇ ਮੈਨੂੰ ਕੋਈ ਵੀ ਮੁਸ਼ਕਲ ਜਿੰਨੀ ਮਰਜ਼ੀ ਆਵੇ, ਮੇਰਾ ਕੋਈ ਵਿਗਾੜ ਨਹੀਂ ਸਕਦੀ। ਦੂਜੀ ਗੱਲ, ਕਾਮਯਾਬੀ ਦਾ ਰਾਜ ਗੁੱਡ ਕੰਪਨੀ ਵੀ ਹੈ। ਜਿੰਨਾ ਚਿਰ ਤੱਕ ਸਾਡੀ ਕੰਪਨੀ ਵੱਡੀ ਨਹੀਂ, ਬੰਨਾ ਅਸੀਂ ਪਲੇਅਰ ਹੈ, ਖਾਣੇ ਅਸੀਂ ਪੀਜੇ ਨੇ। ਬੰਨਾ ਅਸੀਂ ਬਿਜ਼ਨਸਮੈਨ ਹੈ, ਤੇ ਬਿਜ਼ਨਸਮੈਨ ਬਣਨਾ ਹੈ ਤੇ ਹੱਥ ਪੈਰ ਮਾਰਨੇ ਹੀ ਨਹੀਂ, ਚਿੱਟਾ ਪੀਣਾ ਤੇ ਅਸੀਂ ਕਿੱਥੋਂ ਵਧੀਆ ਪਲੇਅਰ ਬਣ ਜਾਵਾਂਗੇ? ਚੰਗੀ ਕੰਪਨੀ ਰੱਖੋ। ਜਦੋਂ ਅਸੀਂ ਚੰਗੀ ਕੰਪਨੀ ਰੱਖਾਂਗੇ, ਉਹਦਾ ਸਾਡੀ ਪਰਸਨੈਲਿਟੀ ਦੇ ਉੱਤੇ, ਸਾਡੇ ਕਰੈਕਟਰ ਤੇ ਅਸਰ ਪੈਂਦਾ ਹੈ, ਫਿਰ ਅਸੀਂ ਕਾਮਯਾਬ ਵੀ ਹੋ ਸਕਦੇ ਹਾਂ। ਚੰਗੀ ਕੰਪਨੀ ਚੰਗੇ ਲੋਕਾਂ ਦੀ ਹੁੰਦੀ ਹੈ। ਜਿਵੇਂ ਕਿਹਾ ਜਾਂਦਾ ਨਾ, ਬੁਰਿਆਂ ਦਾ ਕਦੇ ਸਾਥ ਨਾ ਕਰੀਏ, ਬੁਰਿਆਂ ਦਾ ਕਦੇ ਸਾਥ ਨਾ ਕਰੀਏ, ਜੋ ਦੁੱਖ ਝੋਲੀ ਵਿੱਚ ਪਾਉਂਦੇ ਨੇ, ਨਾਲ ਜਾਰੀ ਫਕੀਰਾਂ ਦੇ, ਜੋ ਰੱਬ ਨਾਲ ਮਿਲਾਉਂਦੇ ਨੇ। ਉਹ ਲੋਕੀ ਮਿੱਠੀਆਂ ਗੱਲਾਂ ਕਰਦੇ, ਇਹ ਹਕੀਕਤ ਹੈ 21ਵੀਂ ਸਦੀ 'ਚ। ਲੋਕੀ ਮਿੱਠੀਆਂ ਗੱਲਾਂ ਕਰਦੇ, ਪਿੱਠ ਪਿੱਛੇ ਤੀਰ ਚਲਾਉਂਦੇ ਨੇ। ਕੌੜੇ ਬੋਲ ਫਕੀਰਾਂ ਵਾਲੇ, ਜੋ ਜ਼ਿੰਦਗੀ ਸਫਲ ਬਣਾਉਂਦੇ ਨੇ। ਸਾਨੂੰ ਆਪਣੇ ਵੈਲ ਵਿਸ਼ਰ ਦੀ ਪਹਿਚਾਨ ਕਰਨੀ ਪਵੇਗੀ। ਕਈ ਵਾਰ ਮਿੱਠੇ ਬੋਲਦੇ ਲੋਕ ਅੰਦਰੋਂ ਜੈਲਸੀ ਕਰਦੇ ਨੇ, ਸਾਡੀ ਤਰੱਕੀ ਵਿੱਚ ਅੰਦਰੋਂ ਸੜਦੇ ਨੇ, ਤੇ ਹਮੇਸ਼ਾ ਗਲਤ ਗਾਈਡ ਕਰਦੇ ਨੇ। ਪਰ ਖਰੀ ਗੱਲ, ਕੋਰਾ ਕਹਿਣ ਵਾਲੇ ਭਾਵੇਂ ਸਾਨੂੰ ਬੁਰੇ ਲੱਗਦੇ ਨੇ, ਪਰ ਉਹਨਾਂ ਦੀ ਜਿਹੜੀ ਐਡਵਾਈਸ ਹੁੰਦੀ ਹੈ ਨਾ, ਉਹਨਾਂ ਦੀ ਜਿਹੜੀ ਗੱਲ ਹੁੰਦੀ ਹੈ, ਉਹ ਨਿੰਮ ਦੇ ਪੱਤੇ ਵਾਂਗੂ ਹੁੰਦੀ ਹੈ। ਜਿਵੇਂ ਫਿੰਸੀਆਂ ਹੋ ਜਾਂਦੀਆਂ ਨੇ, ਜਦੋਂ ਅਸੀਂ ਨਿੰਮ ਦੇ ਪਾਣੀ ਨਾਲ ਧੋਣੇ, ਸਾਡੀਆਂ ਫਿੰਸੀਆਂ ਦਾ ਇਲਾਜ ਹੋ ਜਾਂਦਾ ਹੈ। ਸਾਨੂੰ ਸ਼ੂਗਰ ਹੋ ਜਾਏ, ਸਾਡੇ ਫੋੜੇ ਨਿਕਲੇ, ਉਹ ਨਿੰਮ ਕੌੜੀ ਲੱਗਦੀ ਹੈ, ਪਰ ਜਦੋਂ ਅਸੀਂ ਪੀਨੇ ਆ, ਫੋੜੇ ਦੂਰ ਹੋ ਜਾਂਦੇ ਨੇ। ਸੋ ਇਸੇ ਤਰ੍ਹਾਂ ਜਿਹੜੇ ਬੰਦੇ ਕੋਈ ਕੌੜੀਆਂ ਗੱਲਾਂ ਕਰਦੇ ਨੇ, ਸਪਸ਼ਟ ਗੱਲਾਂ ਕਰਦੇ ਨੇ, ਉਹਨਾਂ ਦਾ ਬੁਰਾ ਨਾ ਮਨਾਇਆ ਕਰੋ, ਸਗੋਂ ਉਹ ਤੁਹਾਡੇ ਵੈਲ ਵਿਸ਼ਰ ਹੋ ਸਕਦੇ ਨੇ। ਪਰ ਜਦੋਂ ਅਸੀਂ ਮਨ 'ਚ ਰੱਖਦੇ ਹਾਂ ਮੈਲ, ਤੇ ਫਿਰ ਸਾਡੀ ਕਾਮਯਾਬੀ ਕਿੱਥੋਂ ਹੋਊਗੀ? ਨਾ ਸਾਡੀ ਰੱਬ ਭਲਾ ਕਰੇ। ਮਨ ਨੂੰ ਸਾਫ਼ ਕਰਨ ਦੀ ਲੋੜ ਹੈ। ਜਿਵੇਂ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਿੰਨਾ ਚਿਰ ਤੱਕ ਮਨ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਹਾਂ, ਉਨਾ ਚਿਰ ਅਸੀਂ ਤਰੱਕੀ ਨਹੀਂ ਕਰ ਸਕਦੇ। ਜਬ ਮਨ ਹੈ ਤੇਰਾ ਕਾਲਾ तो क्या करेगा ऊपर वाला। जब मन है तेरा चंगा तो भीतर ही है गंगा। जब मन तेरे निराशा तो घर में दुख का बासा। जब मन तेरे विश्वास तो घर में सुख का बास।
क्योंकि एक गल नहीं मस्जिद मंदिर दी, एक खेड है सारी अंदर दी। थोड़े जी अंदर दे विच भी सानू जिन्ना चिर तक असीं परमात्मा नाल लिव नहीं लाउंदे, उस याद नहीं करते, मैਡੀਟੇਸ਼ਨ नहीं करते, रब दा नाम लैके घरों नहीं निकलते, उहनूं याद नहीं करते, पुठी कंपनी तो नहीं बचते, उन्ना चिर तक जिंदगी दे विच तरक्की करनी भी बड़ी मुश्किल है। जदों असीं अंदर जाने वैन यू गो विद इन, जिवें कहा जाए ना, ਤਾਂ ਹੀ ਸਾਨੂੰ ਕੋਈ ਪਤਾ ਲੱਗਦਾ, ਫਿਰ ਹੀ ਸਾਨੂੰ ਸ਼ਾਂਤੀ ਆਉਂਦੀ ਹੈ, ਸੁੱਖ ਆਉਂਦਾ, ਖੁਸ਼ੀ ਆਉਂਦੀ ਹੈ। ਜਿੰਨੇ ਮਰਜ਼ੀ ਵੱਡੇ ਵੱਡੇ ਅਫਸਰ ਬਣ ਜਾਓ, ਜਦੋਂ ਖੁਸ਼ੀ ਨਹੀਂ ਆਉਂਦੀ ਤੇ ਫਿਰ ਅਫਸਰੀ ਕੀ ਕਰੋਗੇ। ਸੋ ਖੁਸ਼ੀ ਆਉਂਦੀ ਹੈ ਸਾਨੂੰ ਅੰਦਰੋਂ। ਜਿਵੇਂ ਆਪਾਂ ਕਹਿੰਦੇ ਹਾਂ ਮੈਂ ਭੀਤਰ ਗਿਆ, ਭੀਤਰ ਕਹਿੰਦੇ ਅੰਦਰ, ਹਿੰਦੀ ਦਾ ਸ਼ਬਦ ਮੈਂ ਭੀਤਰ ਗਿਆ, ਇਹਦਾ ਮਤਲਬ ਕੀ ਹੈ ਮੈਂ ਵੀ ਤਰ ਗਿਆ। ਜਦੋਂ ਭੀਤਰ ਜਾਓਗੇ ਫੇਰ ਹੀ ਤਰੋਗੇ। ਵੈਨ ਯੂ ਗੋ ਵਿਦ ਇਨ, ਤਾਂ ਤੁਹਾਨੂੰ ਪਤਾ ਲੱਗੂਗਾ ਕਿ ਅੰਦਰ ਕਿਹੜੀਆਂ ਕਿਹੜੀਆਂ ਸ਼ਕਤੀਆਂ ਨੇ ਤੇ ਕਿਹੜੀ ਮੇਰੀਆਂ ਸ਼ਕਤੀਆਂ ਹਿਫਾਜ਼ਤ ਕਰਦੀਆਂ, ਕਿਹੜੀ ਮੇਰੀ ਸ਼ਕਤੀ ਰਹਿਮਤ ਕਰਦੀਆਂ ਨੇ। ਹੁਣ ਅਸੀਂ ਗਿਵ ਅਪ ਕਿਉਂ ਕਰਦੇ ਹਾਂ? ਇੱਕ ਹੁੰਦਾ ਲੈਕ ਆਫ ਸੈਲਫ ਕੌਨਫੀਡੈਂਸ, ਕੌਨਫੀਡੈਂਸ ਅਸੀਂ ਲੂਜ਼ ਕਰ ਜਾਂਦੇ ਹਾਂ। ਹਾਥੀ ਦੀ ਐਗਜ਼ਾਮਪਲ ਮੈਂ ਬੜੇ ਵਾਰੀ ਦਿੱਤੀ ਹੈ ਕਿ ਜਦੋਂ ਹਾਥੀ ਛੋਟਾ ਹੁੰਦਾ ਉਹਦੇ ਪੈਰ ਦੇ ਵਿੱਚ ਰੱਸਾ ਬੰਨ੍ਹ ਕੇ ਦਰਖਤ ਨਾਲ ਬੰਨ੍ਹ ਲਾਉਂਦੇ ਨੇ, ਕਿਉਂਕਿ ਬੱਚਾ ਦੇਣਾ ਦਾ ਹੁੰਦਾ, ਉਨੀ ਤਾਕਤ ਨਹੀਂ ਹੁੰਦੀ, ਉਹ ਕੋਸ਼ਿਸ਼ ਕਰਦਾ ਛਡਾਉਣ ਦੀ, ਛੁੱਟਦਾ ਹੈ ਨਹੀਂ। ਫਿਰ ਉਹ ਪੱਕੇ ਤੌਰ ਤੇ ਆਪਣੇ ਦਿਮਾਗ 'ਚ ਬਿਠਾ ਲੈਂਦਾ ਵੀ ਇਹ ਰੱਸਾ ਨਹੀਂ ਮੈਂ ਚੜਾ ਸਕਦਾ। ਹਾਲਾਂਕਿ ਜਦੋਂ ਵੱਡਾ ਹੋ ਜਾਂਦਾ ਰੱਸਾ ਦਾ ਕੀ, ਉਹ ਦਰਖਤ ਨੂੰ ਵੀ ਪੱਟ ਕੇ ਬਾਹਰ ਮਾਰ ਸਕਦਾ, ਪਰ ਉਹਦੇ ਦਿਮਾਗ ਦੇ ਵਿੱਚ ਇਹ ਲੈਕ ਆਫ ਕੌਨਫੀਡੈਂਸ ਹੋ ਜਾਂਦਾ ਹੈ। ਦੂਜੀ ਗੱਲ, ਵੀ ਸ਼ੁਡ ਨਾਟ ਕੇਅਰ ਅਦਰਸ, ਦੂਜੇ ਲੋਕਾਂ ਦੀ ਖਿਆਲ ਨਾ ਕਰੋ, ਕਿਉਂਕਿ ਮੈਂ ਜਿਵੇਂ ਪਹਿਲਾਂ ਕਿਹਾ, ਲੋਕ ਵਿੱਚੋਂ ਉੱਪਰੋਂ ਸ਼ੈਤਾਨ ਨੇ, ਬਹੁਤ ਉੱਪਰੋਂ ਮਿੱਠੇ ਨੇ, ਵਿੱਚੋਂ ਕੌੜੇ ਨੇ, ਵਿੱਚੋਂ ਤੁਹਾਡੇ ਨਾਲ ਜੈਲਸੀ ਕਰਦੇ ਨੇ, ਚੰਗੇ ਫਰੈਂਡ ਵੀ ਨਹੀਂ ਹੁੰਦੇ। ਉਹ ਲੱਗਦਾ ਵੀ ਸਾਡਾ ਵਧੀਆ ਫਰੈਂਡ ਹੈ, ਤੁਹਾਡਾ ਬੇੜਾ ਗਰਕ ਕਰਕੇ ਨਾ ਉਹ ਆਪ ਅੰਦਰੋਂ ਦੀ ਖੁਸ਼ ਹੁੰਦੇ ਨੇ। ਮੈਡੀਕਲ ਰੈਜ਼ੀਡੈਂਸੀ ਦੇ ਵਿੱਚ ਮੈਂ ਦੇਖਿਆ, ਜਦੋਂ ਬੱਚੇ 2, 3, 4 ਸਾਲ ਕਲੀਅਰ ਨਹੀਂ ਨਾ ਹੁੰਦੇ, ਉਹਨਾਂ ਦੇ ਦਿਮਾਗ ਤੇ ਸਟ੍ਰੈਸ ਹੋ ਜਾਂਦਾ, ਤੇ ਜਿਹੜੇ ਉਹਨਾਂ ਦੇ ਜਿਹੜੇ ਕਹਿੰਦੇ ਨੇ ਮੇਰੇ ਬਹੁਤ ਵਧੀਆ ਫਰੈਂਡ ਨੇ, ਹੁੰਦੇ ਨਹੀਂ। ਉਹ ਕਹਿੰਦੇ ਨੇ ਛੱਡ ਪਰਾਂ, ਡਾਕਟਰ ਬਣਨਾ ਕੋਈ ਜ਼ਰੂਰੀ ਆ, ਛੱਡ ਪਰਾਂ ਤੂੰ ਹੋਰ ਕੋਈ ਕਰ ਲੈ। ਉਹ ਵਿੱਚ ਹੀ ਜਿਹੜੇ ਬੰਦੇ ਨੇ MD ਕਰ ਲਈ, ਜਿਹੜੇ ਬੰਦੇ ਨੇ ਕੈਨੇਡਾ ਦੇ QE1 QE2 ਕਰ ਲਏ, ਕਿੰਨੇ ਪੇਪਰ ਲਿਖ ਲਏ, ਅਮਰੀਕਾ ਦੇ US Assembly 1 2 3 ਕਰ ਲਏ, ਤੇ ਇੰਨੇ ਨੇ ਵਧੀਆ ਉਹਦੇ ਹਸਪੀਟਲ ਦੇ ਵਿੱਚ ਬੁੱਕਸ ਦੇ ਵਿੱਚ ਨੋਟਸ ਲਿਖੇ ਨੇ, ਤੇ ਉਹ ਕਿਉਂ ਨਹੀਂ ਕਰੂਗਾ? ਪਰ ਦੂਸਰੇ ਬੰਦੇ ਖਹਿੜਾ ਨਹੀਂ ਛੱਡਦੇ। ਕੋਈ ਮੈਂ ਇਹਦਾ ਨਹੀਂ ਕਹਿੰਦਾ ਉਪਰੀਆਂ ਕਰਤੀਆਂ ਕਿਸੇ ਹੋਰ ਲੱਗ ਗਈ, ਨਜ਼ਰ ਲੱਗ ਗਈ, ਉਹ ਰੈਜ਼ੀਡੈਂਸੀ ਦੇ ਵਿੱਚੋਂ ਰਹਿ ਜਾਂਦੇ ਨੇ, ਕਿਉਂਕਿ ਦੂਜਿਆਂ ਦੀ ਕੇਅਰ ਕਰਦੇ ਨੇ। ਅੱਜ ਦੇਖ ਲਓ ਇੰਡੀਆ ਦੇ ਵਿੱਚ ਵੀ ਵੱਡੇ ਵੱਡੇ ਸ਼ਹਿਰਾਂ 'ਚ ਮੈਂ ਗਿਆ ਸੀ, ਕੇਰਲਾ ਦੇ ਵਿੱਚ, ਗੁੜਗਾਉਂ ਦੇ ਵਿੱਚ ਗਿਆ ਸੀਗਾ, ਪੰਜਾਬ ਦੇ ਵਿੱਚ ਵੀ ਸ਼ਾਇਦ ਅੰਮ੍ਰਿਤਸਰ, ਉੱਥੇ KFC ਕੈਂਟਕੀ ਫਰਾਈਡ ਚਿਕਨ ਦੇ ਬੋਰਡ ਲੱਗੇ ਨੇ, ਕਿ ਬੰਦੇ ਜਿਹਦੀ ਫੋਟੋ ਲੱਗੀ ਹੁੰਦੀ ਹੈ, ਉਹ ਚਿਕਨ ਵੇਚਦੇ ਨੇ। ਉਹ ਬੰਦੇ ਦੀ ਹਕੀਕਤ ਇਹ ਹੈ ਵੀ ਉਹ ਅਮਰੀਕਾ ਦੀ ਫੌਜ ਵਿੱਚ ਰਿਟਾਇਰ ਹੋਇਆ ਸੀ। ਜਦੋਂ ਉਹ ਫੌਜ ਦੇ ਵਿੱਚ ਸ਼ੈਫ ਸੀਗਾ, ਚਿਕਨ ਵਧੀਆ ਫਰਾਈ ਕਰ ਲੈਂਦਾ ਸੀ, ਟੇਸਟੀ ਹੁੰਦਾ ਸੀ। ਉਹਨੇ ਸੋਚਿਆ ਜਦੋਂ ਰਿਟਾਇਰ ਹੋਣ ਤੋਂ ਬਾਅਦ ਵੀ ਮੈਂ ਆਪਣੇ ਚਿਕਨ ਵੇਚਾਂ, ਮੇਰੇ ਕੋਲ ਫਿਰ ਪੈਸੇ ਹੋਣਗੇ, ਹੁਣ ਤਾਂ ਮੇਰੇ ਕੋਲ ਹੈਂਡ ਟੂ ਮਾਊਥ ਹੈ। ਸੋ ਉਹਨੇ ਚਿਕਨ ਫਰਾਈ ਕਰਕੇ ਹੋਟਲਾਂ 'ਚ ਵੇਚਣਾ ਲੈ ਕੇ ਜਾਂਦਾ ਸੀਗਾ। ਕੋਈ ਹੋਟਲ ਵਾਲਾ ਅਸੈਪਟ ਨਹੀਂ ਕਰਦਾ ਸੀ। ਉਹ ਕਹਿੰਦੇ ਨੇ 1007 ਵਾਰ ਹੋਟਲਾਂ 'ਚ ਗਿਆ, ਪਰ ਕਿਸੇ ਨੇ ਉਹਦਾ ਚਿਕਨ ਨਹੀਂ ਲਿਆ, ਪਰ ਉਹਨੇ ਹੌਸਲਾ ਨਹੀਂ ਛੱਡਿਆ। ਨੈਵਰ ਗਿਵ ਅਪ ਜਾਂ ਡੋਂਟ ਗਿਵ ਅਪ, ਛੱਡਿਆ ਨਹੀਂ। ਤੇ ਅਖੀਰ ਦੇ ਵਿੱਚ 1008ਵੀਂ ਵਾਰ ਕਿਸੇ ਹੋਟਲ ਨੇ ਉਹਦਾ ਚਿਕਨ ਲਿਆ, ਤੇ ਉਹਨੇ ਸੈਂਪਲ ਲੋਕਾਂ 'ਚ ਵੰਡੇ, ਲੋਕਾਂ ਨੂੰ ਬੜਾ ਸਵਾਦ ਲੱਗਿਆ, ਤੇ ਉਹ ਇੰਨਾ ਪਾਪੂਲਰ ਹੋਇਆ, ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਅੱਜ ਦੁਨੀਆ ਦੇ ਵਿੱਚ ਚਾਈਨਾ ਚਲੇ, ਉੱਥੇ ਵੀ ਲੱਗੇ ਨੇ KFC ਬੋਰਡ, ਇੰਨਾ ਅਮੀਰ ਬਣ ਗਿਆ। ਪਰ ਉਹਦੇ ਮਾਲਕ ਦੀ ਆਪਾਂ ਅਮੀਰੀ ਦੀ ਨਹੀਂ ਗੱਲ ਕਰਦੇ। ਉਹਨੇ ਕੀ ਕਿਹਾ ਉਹਦੇ ਮਾਲਕ ਨੇ, ਦੈਟ ਇਜ਼ ਵੈਰੀ ਇੰਪੋਰਟੈਂਟ। ਉਹਦੀ ਮੈਂ ਇੱਕ ਲਾਈਨ ਚੂਜ਼ ਕੀਤੀ ਹੈ। KFC ਦੇ ਮਾਲਕ ਨੇ ਕਿਹਾ ਸੀਗਾ, ਯੂ ਡੂ ਨਾਟ ਹੈਵ ਟੂ ਬੀ ਗ੍ਰੇਟ, ਯੂ ਡੂ ਨਾਟ ਹੈਵ ਟੂ ਬੀ ਗ੍ਰੇਟ ਟੂ ਸਟਾਰਟ। ਕਹਿੰਦਾ ਇਹ ਨਹੀਂ ਵੀ ਪਹਿਲਾਂ ਤੁਸੀਂ ਮਹਾਨ ਬਣੋ, ਬੜੇ ਉੱਚੇ ਹੋ, ਐਕਸਪਰਟ ਹੋਵੋ, ਮੈਂ ਤਾਂ ਸ਼ੁਰੂ ਕਰੂੰਗਾ ਕੰਮ। ਨਹੀਂ। ਉਹ ਕਹਿੰਦਾ ਸਟਾਰਟ ਦੇ ਵਿੱਚ ਗ੍ਰੇਟ ਹੋਣ ਦੀ ਲੋੜ ਨਹੀਂ, ਬਟ ਯੂ ਹੈਵ ਟੂ ਬੀ ਸਟਾਰਟ ਟੂ ਬਿਕਮ ਗ੍ਰੇਟ। ਸ਼ੁਰੂ ਕਰ ਦਿਓ, ਫਿਰ ਮਿਹਨਤ ਕਰੋ, ਫਿਰ ਤੁਸੀਂ ਗ੍ਰੇਟ ਬਣੋਗੇ। ਪਹਿਲਾਂ ਹੀ ਗ੍ਰੇਟ ਬਣ ਕੇ ਤੁਸੀਂ ਕੋਈ ਕੰਮ ਸ਼ੁਰੂ ਨਹੀਂ ਕਰ ਸਕਦੇ। ਪਹਿਲਾਂ ਕੰਮ ਸ਼ੁਰੂ ਕਰੋ, ਮਿਹਨਤ ਕਰੋ, ਫਿਰ ਗ੍ਰੇਟ ਬਣੋਗੇ। ਹਿੰਮਤ ਕਰੇ ਇਨਸਾਨ ਤੋਂ ਕਿਆ ਕੁਛ ਹੋ ਨਹੀਂ ਸਕਦਾ। ਆਪਣੇ ਦੇਸ਼ ਦਾ, ਇੰਡੀਆ ਦਾ ਪ੍ਰਧਾਨ ਮੰਤਰੀ ਦੇਖ ਲਓ, ਨਰਿੰਦਰ ਮੋਦੀ, ਅੱਜ ਦੁਨੀਆ ਵਿੱਚ ਜੈ ਜੈਕਾਰ ਹੈ। ਬਚਪਨ ਦੇ ਵਿੱਚ ਚਾਹ ਵੇਚਦਾ ਹੁੰਦਾ ਸੀ। ਅਬਦੁਲ ਜੇ ਕਲਾਮ ਸਾਡੇ ਦੇਸ਼ ਦੇ ਰਾਸ਼ਟਰਪਤੀ ਹੋਏ ਨੇ, ਅਖਬਾਰ ਵੇਚਿਆ ਕਰਦੇ ਸਨ। ਐਕਟਰ ਜਿਹੜਾ ਹੈਗਾ ਅਕਸ਼ੇ ਕੁਮਾਰ, ਟੋਰਾਂਟੋ ਦੇ ਵਿੱਚ ਵੇਟਰ ਸੀਗਾ। ਕ੍ਰਿਕਟਰ ਜਿਹੜਾ ਧੋਨੀ ਹੈ, MS ਧੋਨੀ, ਉਹਦਾ ਜਨਮ ਦਿਨ ਸੀ ਮੇਰੇ ਖਿਆਲ ਕੱਲ ਪਰਸੋਂ, ਉਹ ਕ੍ਰਿਕਟ ਕਲੈਕਟਰ ਸੀਗਾ। ਭਾਰਤੀ ਸਿੰਘ ਜਿਹੜੇ ਕਪਿਲ ਸ਼ਰਮਾ ਦੇ ਸ਼ੋਅ 'ਚ ਮੇਰੇ ਖਿਆਲ ਸ਼ਾਇਦ ਆਉਂਦੀ ਹੈ, ਉਹ ਇੰਨੀ ਭਾਰੀ ਹੁੰਦੀ ਸੀ, ਲੋਕ ਉਹਦਾ ਫਨ ਉਡਾਉਂਦੇ ਸੀ, ਪਰ ਉਹਨੇ ਸ਼ੀ ਡਜ਼ਨਟ ਕੇਅਰ ਐਨੀਬਾਡੀ। ਉਹ ਅੱਜ ਕਾਮੇਡੀ ਕਿੰਗ ਹੈ, ਲੋਕ ਉਹਦੇ ਨਾਲ ਫੋਟੋਆਂ ਖਿਚਾਉਣ 'ਚ ਆਪਣਾ ਮਾਣ ਮਹਿਸੂਸ ਕਰਦੇ ਨੇ। ਦੂਜਿਆਂ ਦੀ ਪਰਵਾਹ ਕਰਨੀ ਛੱਡੋ, ਲੋਕ ਕੀ ਸੋਚਦੇ ਨੇ, ਸਗੋਂ ਆਪਣੇ ਆਪ ਵਿੱਚ ਵਿਸ਼ਵਾਸ ਪੈਦਾ ਕਰੋ, ਮੈਂ ਆ ਕਰ ਸਕਦਾ ਤੇ ਕਰਕੇ ਦਿਖਾਵਾਂਗਾ। खुद ही को कर बुलंद इतना कि हर तकदीर से पहले खुदा बंदे से खुद पूछे, बता तेरी रजा क्या है।
ਬਿਲ ਗੇਟ ਕੰਪਿਊਟਰ ਦੀ ਦੁਨੀਆ ਦੇ ਵਿੱਚ ਜਾਣਿਆ ਮਾਨਿਆ ਨਾਂ ਹੈ, ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ। ਪਹਿਲਾਂ ਗਰੀਬ ਸੀਗਾ, ਮਿਡਲ ਕਲਾਸ ਫੈਮਿਲੀ ਕਹਿ ਲਓ, ਪੜ੍ਹਿਆ ਇਸ ਦਿਨ ਲਾ ਕਰਦਾ ਸੀਗਾ, ਲਾ ਕਰਦਾ ਲਾ ਵਿੱਚ ਛੱਡ ਕੇ ਕੰਪਿਊਟਰ ਦੇ ਵਿੱਚ ਇੰਟਰਸਟ ਸੀ, ਕੰਪਿਊਟਰ ਦਾ ਸ਼ੁਰੂ ਕੀਤਾ, ਸੌਫਟਵੇਅਰ ਬਣਾਇਆ। ਕਹਿੰਦੇ ਨੇ ਅੱਜ ਉਹ ਇੰਨਾ ਅਮੀਰ ਹੈ ਕਿ ਹਰ ਮਿੰਟ, ਘੰਟੇ ਦੀ ਨਹੀਂ, ਦਿਨ ਦੀ ਨਹੀਂ, ਮਹੀਨੇ ਦੀ ਇਨਕਮ ਨਹੀਂ, 1 ਮਿੰਟ ਦੀ ਜਿਹੜੀ ਇਨਕਮ ਹੈ ਨਾ ਉਹ 15 ਲੱਖ ਰੁਪਏ ਹੈ। 1 ਮਿੰਟ ਦੇ ਵਿੱਚ 15 ਲੱਖ ਘੱਟੋ ਘੱਟ ਰੁਪਏ ਕਮਾਉਂਦਾ। ਤੇ ਇਹ ਨਹੀਂ ਹੈ ਵੀ 10 ਸਾਲਾਂ ਦੀ ਇਨਕਮ ਘਟ ਜੂਗੀ, ਜਿੰਨਾ ਚਿਰ ਤੱਕ ਇਹ ਜਿਉਂਦਾ ਘੱਟੋ ਘੱਟ 15 ਲੱਖ ਰੁਪਇਆ 1 ਮਿੰਟ ਦੇ ਇਹਨੇ ਕਮਾਉਣੇ ਨੇ। ਇਹ ਵੀ ਨਹੀਂ ਇੰਨੇ ਪੈਸੇ ਕੀ ਕਰੂਗਾ, ਚੈਰਿਟੀਜ਼ ਬਹੁਤ ਕਰਦਾ, ਚੰਗਾ ਇਨਸਾਨ ਹੈ। ਸੋ ਬਿਲ ਗੇਟ ਨੇ ਇੱਕ ਵਧੀਆ ਗੱਲ ਕਹੀ ਹੈ, ਉਹ ਸਾਨੂੰ ਉਹਨਾਂ ਦੀਆਂ ਗੱਲਾਂ ਤੋਂ ਸਿੱਖਣ ਦੀ ਲੋੜ ਹੈ, ਜ਼ਿੰਦਗੀ ਦੇ ਤਜਰਬੇ ਤੋਂ ਸਿੱਖਣ ਦੀ ਲੋੜ ਹੈ। ਬਿਲ ਗੇਟ ਨੇ ਕਿਹਾ ਸੀਗਾ ਕਿ ਜੇ ਤੁਸੀਂ ਗਰੀਬ ਪੈਦਾ ਹੋਏ, ਜੇ ਹੁਣ ਬਾਈ ਬਰਥ ਮਾਂ-ਬਾਪ ਗਰੀਬ ਨਹੀਂ, ਅਸੀਂ ਗਰੀਬ ਪੈਦਾ ਹੋਏ ਹਾਂ, ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ। ਬਿਲ ਗੇਟ ਕੀ ਕਹਿੰਦਾ, ਕਹਿੰਦਾ ਜੇ ਤੁਸੀਂ ਗਰੀਬ ਪੈਦਾ ਹੋਏ ਤਾਂ ਇਸ ਦੇ ਵਿੱਚ ਸਾਡਾ ਕੋਈ ਕਸੂਰ ਨਹੀਂ, ਪਰ ਜੇ ਤੁਸੀਂ ਗਰੀਬ ਹੋ ਕੇ ਮਰੇ, ਜੇ ਤੁਸੀਂ ਗਰੀਬ ਹੋ ਕੇ ਮਰੇ, ਗਰੀਬ ਪੈਦਾ ਹੋਏ ਤੇ ਗਰੀਬ ਹੀ ਮਰ ਗਏ, ਫਿਰ ਇਹ ਤੁਹਾਡੀ ਗਲਤੀ ਜ਼ਰੂਰ ਹੈ, ਕਿਉਂਕਿ ਤੁਹਾਨੂੰ ਪਰਮਾਤਮਾ ਨੇ ਮੌਕਾ ਦਿੱਤਾ ਸੀ। ਜੇ ਕੋਸ਼ਿਸ਼ ਕਰਦੇ, ਦੁਨੀਆ ਨੂੰ ਸਮਝਦੇ, ਆਪਣੇ ਗੋਲ ਨੂੰ ਪ੍ਰਾਪਤ ਕਰਨਾ ਚਾਹੁੰਦੇ, ਕੋਈ ਕਾਰਨ ਨਹੀਂ ਕਿ ਤੁਸੀਂ ਗਰੀਬ ਹੋਵੋ, ਤੁਸੀਂ ਅਮੀਰ ਬਣ ਸਕਦੇ ਸੀ। ਸੋ ਕਹਿਣ ਦਾ ਪਰਪਸ ਇਹ ਹੈ ਕਿ ਇਨਸਾਨ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਹਾਲਾਤਾਂ ਨੂੰ ਵਧੀਆ ਬਣਾਉਣ ਦੇ ਲਈ। ਮੈਂ ਤੁਹਾਨੂੰ ਐਗਜ਼ਾਮਪਲ ਦਿਆਂਗਾ, ਥੋਮਸ ਐਡੀਸਨ ਦਾ ਨਾਂ ਦੁਨੀਆ ਦੇ ਵਿੱਚ ਹਰ ਕੋਈ ਜਾਣਦਾ ਹੈ। ਆ ਜਿਹੜੇ ਮੈਂ ਸਟੂਡੀਓ 'ਚ ਬੈਠਾ, ਲਾਈਟਾਂ ਜਗ ਰਹੀਆਂ, ਬੱਲਬ ਜਗਦੇ ਨੇ ਨਾ, ਇਹ ਬੱਲਬ ਦੀ ਕਾਢ ਜਿਹੜੀ ਹੈ ਇਹ ਐਡੀਸਨ ਨੇ ਪੈਦਾ ਕੀਤੀ ਸੀ। ਐਡੀਸਨ ਨੇ ਦਿੱਤਾ ਸੀਗਾ ਬਿਜਲੀ ਦੇ ਬੱਲਬ ਦੀ ਕਾਢ। ਇਹਦੀ ਤੁਹਾਨੂੰ ਜੇ ਹਿਸਟਰੀ ਮੈਂ ਸੁਣਾਵਾਂ, ਬੜੀ ਅਜੀਬੋ ਗਰੀਬ ਹੈ। ਇਹ ਜਦੋਂ ਪੈਦਾ ਹੋਇਆ ਸੀ ਨਾ, ਜਿਵੇਂ ਉਹਨੇ ਆਪਣੇ ਬਿਲ ਗੇਟ ਨੇ ਕਿਹਾ ਸੀ ਵੀ ਜੇ ਗਰੀਬ ਪੈਦਾ ਹੋਏ ਹੋ, ਕੋਈ ਸਰੀਰ ਦੇ ਵਿੱਚ ਨੁਕਸ ਹੈ, ਤੁਹਾਡਾ ਕੀ ਕਸੂਰ ਹੈ, ਇਹ ਤਾਂ ਬਾਈ ਬਰਥ ਹੈ, ਪਰ ਆਪਣੇ ਵਿੱਚ ਮਿਹਨਤ ਕਰਕੇ ਚੇਂਜ ਲਿਆਓ ਤਾਂ ਹੀ ਤੁਹਾਡਾ ਫਾਇਦਾ ਹੈ। ਜੇ ਪਾਗਲ ਪੈਦਾ ਹੋਏ, ਪਾਗਲ ਹੀ ਮਰ ਗਏ, ਉਹਦਾ ਕੀ ਫਾਇਦਾ ਹੋਇਆ? ਗਰੀਬ ਹੈ ਤਾਂ ਗਰੀਬ ਹੀ ਪੈਦਾ ਹੋ ਗਏ। ਕੋਸ਼ਿਸ਼ ਕਰੋ, ਦੁਨੀਆ ਦੇ ਵਿੱਚ ਅਸੀਂ ਚੇਂਜ ਲਿਆ ਸਕਦੇ ਹਾਂ। ਮੈਂ ਐਡੀਸਨ ਦੀ ਗੱਲ ਕਰ ਰਿਹਾ ਸੀਗਾ। ਕਹਿੰਦੇ ਨੇ ਜਦੋਂ ਇਹ ਜੰਮਿਆ ਸੀ ਨਾ, ਇਹ ਮੰਦਬੁੱਧੀ ਦਾ ਸੀ, ਸਿਧਰਾ ਜਿਹਾ ਸੀਗਾ, ਰਿਟਾਰਟਡ ਸੀਗਾ। ਜਦੋਂ ਇਹਨੂੰ ਪ੍ਰਾਇਮਰੀ ਸਕੂਲ 'ਚ ਭੇਜਿਆ ਦੀ ਮਾਂ ਨੇ, ਤੇ 3 ਮਹੀਨੇ, ਤੁਹਾਨੂੰ ਪਤਾ ਜਿਹੜਾ ਸਿਧਰਾ ਬੱਚਾ, ਟੀਚਰ ਵੀ ਕੀ ਕਰਨ, ਉਹ ਦੁਖੀ ਹੋ ਗਏ ਵੀ ਤੇ ਪੱਲੇ ਕੁਛ ਨਹੀਂ ਪੈਂਦਾ, ਝਾਕੀ ਜਾਂਦਾ ਬੈਠਾ, ਮੁੱਤਰ ਨਾ ਕੋਈ ਇਹਨੂੰ ਪੱਲੇ, ਨਾ ਇਹ ਆਉਂਦਾ ਨਾ ਬੀ ਆਉਂਦਾ। ਤੇ ਟੀਚਰ ਨੇ ਇੱਕ ਚਿੱਠੀ ਲਿਖ ਕੇ ਇਹਦੇ ਝੋਲੇ 'ਚ ਪਾਤੀ ਵੀ ਆਪਣੀ ਮਾਂ ਨੂੰ ਫੜਾ ਦੇ। ਜਦੋਂ ਇਹ ਘਰੇ ਆਇਆ, ਸਿਧਰਾ ਤਾਂ ਸੀਗਾ, ਰਿਟਾਰਟਡ, ਪਾਗਲ 'ਚ ਕਹਿ ਲਓ, ਇਹਨੇ ਉਹ ਚਿੱਠੀ ਝੋਲੇ 'ਚੋਂ ਕੱਢੀ, ਮਾਂ ਨੂੰ ਕਹਿੰਦਾ, ਮਾਂ ਆ ਮੇਰੇ ਟੀਚਰ ਨੇ ਚਿੱਠੀ ਦਿੱਤੀ ਹੈ। ਮਾਂ ਨੇ ਚਿੱਠੀ ਖੋਲੀ, ਖੋਲ ਕੇ ਜਦੋਂ ਉਹ ਟੀਚਰ ਦੀ ਚਿੱਠੀ ਪੜ੍ਹ ਰਹੀ ਹੈ ਤਾਂ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਉਹ ਜਿਹੜੇ ਹੰਝੂ ਸੀਗੇ ਉਹ ਥੱਲੇ ਡਿੱਗਣੇ ਸ਼ੁਰੂ ਹੋ ਗਏ। ਤੇ ਐਡੀਸਨ ਨੇ ਦੇਖਿਆ, ਥੋਮਸਨ ਨੇ, ਉਹ ਕਹਿੰਦਾ, ਮਾਂ ਤੂੰ ਰੋ ਕਿਉਂ ਰਹੀ ਹੈ ਚਿੱਠੀ ਪੜ੍ਹ ਕੇ? ਮਾਂ ਤੂੰ ਚਿੱਠੀ ਪੜ੍ਹ ਕੇ ਰੋ ਕਿਉਂ ਰਹੀ ਹੈ? ਤੇ ਮਾਂ ਨੇ ਉਹਦੀ ਗੱਲ ਬਦਲ ਕੇ ਕਿਹਾ, ਕਹਿੰਦੀ, ਐਡੀਸਨ ਬੇਟਾ, ਮੈਂ ਰੋ ਨਹੀਂ ਰਹੀ, ਇਹ ਜਿਹੜੇ ਹੰਝੂ ਨੇ ਨਾ, ਖੁਸ਼ੀ ਦੇ ਹੰਝੂ ਨੇ। ਅਸਲ ਦੇ ਵਿੱਚ ਆ ਜਿਹੜੀ ਤੂੰ ਚਿੱਠੀ ਆਪਣੇ ਟੀਚਰ ਤੋਂ ਲਿਆਇਆ ਨਾ, ਟੀਚਰ ਨੇ ਇਸ ਚਿੱਠੀ 'ਚ ਲਿਖਿਆ ਵੀ ਜਿਹੜਾ ਤੁਹਾਡਾ ਬੇਟਾ ਐਡੀਸਨ ਹੈ ਨਾ, ਹੀ ਇਜ਼ ਸੋ ਇੰਟੈਲੀਜੈਂਟ, ਐਕਸਟਰਾਆਰਡੀਨਰੀ ਬੱਚਾ ਹੈ, ਪਰ ਕਿਉਂਕਿ ਅਸੀਂ ਇੱਕ ਛੋਟੇ ਜਿਹੇ ਸਕੂਲ 'ਚ ਰਹਿੰਦੇ, ਸਾਡੇ ਸਕੂਲ ਦਾ ਸਟੈਂਡਰਡ ਇੰਨਾ ਨਹੀਂ ਹੈ, ਸਾਡੇ ਸਕੂਲ 'ਚ ਜਿਹਾ ਕੋਈ ਟੀਚਰ ਨਹੀਂ ਜਿਹੜਾ ਇਹਨੂੰ ਪੜ੍ਹਾ ਸਕਦਾ ਹੋਵੇ, ਇਸ ਕਰਕੇ ਉਹ ਕਹਿੰਦੇ ਸਾਡੇ ਸਕੂਲ 'ਚ ਨਾ ਭੇਜਿਆ ਕਰੋ, ਇਹਦਾ ਟਾਈਮ ਖਰਾਬ ਹੋ ਰਿਹਾ, ਇਹਨੂੰ ਤੁਸੀਂ ਘਰੇ ਪੜ੍ਹਾਓ। ਗੱਲ ਬਦਲਤੀ। ਕਹਿੰਦੇ ਨੇ ਐਡੀਸਨ ਨੇ, ਉਹਦੀ ਮਾਂ ਨੇ ਘਰੇ ਕਿਤਾਬਾਂ ਲਿਆਤੀਆਂ। 10 ਸਾਲ ਦੀ ਉਮਰ ਦੇ ਵਿੱਚ, ਜਿਹੜੀ ਉੱਥੇ ਜਿਵੇਂ ਅਮਰੀਕਾ 'ਚ ਸੀਗਾ, ਤੇ ਉਹਨੇ ਆਪਣੀ ਬੇਸਮੈਂਟ ਦੇ ਵਿੱਚ ਲੈਬੋਰਟਰੀ ਬਣਾ ਲਈ। ਕਹਿੰਦੇ ਨੇ 1000, ਜਿਵੇਂ ਉਹ KFC ਵਾਲਾ 1007 ਵਾਰੀ ਫੇਲ ਹੋਇਆ ਸੀ, ਇਹ ਵੀ 1007 ਵਾਰੀ ਫੇਲ ਹੋਇਆ। ਤੇ ਕਹਿੰਦੇ ਨੇ ਜਦੋਂ ਦੂਜੀ ਤੀਜੀ ਵਾਰ ਇਹ ਫੇਲ ਹੋਇਆ ਨਾ, ਇਹ ਤੋਂ ਨਹੀਂ ਕੋਈ ਬਣਿਆ ਬਿਜਲੀ ਦਾ ਬੱਲਬ ਜਿਹੜਾ ਕੋਈ ਕਰੰਟ ਕਰੰਟ ਤੇ ਲੱਗਿਆ, ਆਪਣੀ ਮਾਂ ਕੋਲ ਆ ਕੇ ਮਾਂ ਨੂੰ ਕਹਿੰਦਾ ਵੀ ਮਾਂ ਮੇਰੇ ਕੋਲ ਨਹੀਂ ਹੁੰਦਾ, ਛੱਡ ਪਰਾਂ, ਮੇਰੇ ਕੋਲ ਨਹੀਂ ਹੋਣਾ, ਹੁਣ ਕੋਈ ਹੋਰ ਦੱਸ ਦੇ ਕੰਮ, ਕਿਵੇਂ ਰਿਸਰਚ ਕਰਨੀ ਹੈ। ਮਾਂ ਦਾ ਬਹੁਤ ਵੱਡਾ ਰੋਲ ਹੁੰਦਾ। ਮਾਂ ਇਹਨੂੰ ਕਿਚਨ ਦੇ ਵਿੱਚ ਲੈ ਗਈ। ਜਦੋਂ ਕਿਚਨ 'ਚ ਲੈ ਗਈ, ਉਹਨੇ ਕਿਹਾ ਐਡੀਸਨ ਨੂੰ ਵੀ ਜਾ ਇੱਕ ਆਲੂ ਲਿਆ ਚੱਕ ਕੇ, ਪੋਟੇਟੋ। ਉਹ ਕਿਚਨ ਦੇ ਵਿੱਚੋਂ ਪੋਟੇਟੋ ਲਿਆਇਆ। ਕਹਿੰਦੇ ਇੱਕ ਉੱਥੋਂ ਆਂਡਾ ਵੀ ਲਿਆ, ਉਹਨੇ ਆਂਡਾ ਵੀ ਲਿਆਇਆ। ਕਹਿੰਦੇ ਇੱਕ ਕਾਫੀ ਬੀਨਸ, ਜਿਹੜੇ ਕਾਫੀ ਦੇ ਬੀਜ ਹੁੰਦੇ ਨੇ, ਉਹ ਲਿਆ। ਉਹਨੇ ਤਿੰਨੇ ਲਿਆਏ ਤੇ ਉਹਨੇ 3 ਭਾਂਡਿਆਂ 'ਚ ਪਾਣੀ ਪਾ ਕੇ ਉਹਨੂੰ ਐਡੀਸਨ ਨੂੰ ਕਹਿੰਦੀ, ਇਹ 'ਚ ਆਲੂ ਪਾ ਦੇ, ਇਹ 'ਚ ਆਂਡਾ ਪਾ ਦੇ, ਤੇ ਇਹ 'ਚ ਕਾਫੀ ਬੀਨ ਪਾ ਦੇ। 15-20 ਮਿੰਟ ਉਬਾਲਿਆ ਤੇ ਜਦੋਂ ਉਹਨੂੰ ਠੰਡਾ ਕੀਤਾ ਤੇ ਉਹ ਕਹਿੰਦੀ, ਦੇਖ ਤੈਨੂੰ ਆਲੂ ਦਾ ਪਤਾ? ਕਹਿੰਦੀ ਹਾਂ। ਕਹਿੰਦੀ ਉਹ ਜਿਹੜਾ ਆਲੂ ਕਿਵੇਂ ਹੁੰਦਾ? ਕਹਿੰਦਾ ਆਲੂ ਸਖਤ ਹੁੰਦਾ।
ਕਹਿੰਦੀ ਹੁਣ ਦੇਖ ਪਾਣੀ 'ਚ, ਜਦੋਂ ਪਾਣੀ 'ਚ ਪਾ ਕੇ ਦੇਖਿਆ ਛਿਲਕਾ ਉਤਰ ਗਿਆ ਤੇ ਪੋਲਾ ਹੋ ਗਿਆ। ਕਹਿੰਦਾ ਇਹ ਕੀ ਮਾਂ, ਪਹਿਲਾਂ ਤਾਂ ਇਹ ਸਖਤ ਸੀ ਹੁਣ ਪੋਲਾ ਹੋ ਗਿਆ। ਕਹਿੰਦੀ ਆਹ ਨਾ ਦੂਜਾ ਭਾਂਡਾ ਦੇਖ, ਜੀ 'ਚ ਆਂਡਾ ਪਿਆ ਸੀ। ਕਹਿੰਦੇ ਆਂਡਿਆਂ ਨੂੰ ਜੇ ਤੋੜੀਏ ਵਿੱਚੋਂ ਕੀ ਨਿਕਲਣਾ ਸੀ, ਲਿਕੁਇਡ ਨਿਕਲਣਾ ਸੀ। ਕਹਿੰਦੇ ਹੁਣ ਤੂੰ ਦੇਖ ਛਿਲਕੇ ਨੂੰ ਤਾਰ, ਵਿੱਚੋਂ ਸਖਤ ਹੋ ਗਿਆ। ਤੇ ਜਿਹੜੇ ਕੌਫੀ ਦੇ ਪੀਸ ਪਾਏ ਸੀਗੇ ਉਹ ਪਾਣੀ 'ਚ ਘੁਲ ਕੇ ਉਹਦੀ ਸਮੈਲ ਬਹੁਤ ਵਧੀਆ ਆਉਣ ਲੱਗ ਗਈ ਕੌਫੀ ਦੀ। ਉਹਦੀ ਮਾਂ ਕਹਿੰਦੀ ਦੇਖ ਸਿਚੁਏਸ਼ਨ ਸਭ ਦੀ ਇੱਕੋ ਸੀ, ਪਾਣੀ ਤਿੰਨਾਂ 'ਚ ਪਾਇਆ, ਤਿੰਨਾਂ 'ਚ ਬਰਤਨ ਪਾਏ ਤੇ ਹਰ ਬੰਦੇ ਤੇ ਹਰ ਚੀਜ਼ ਉੱਤੇ ਡਿਫਰੈਂਟ ਅਸਰ ਕੀਤਾ। ਇਸੇ ਤਰ੍ਹਾਂ ਹੀ ਤੂੰ ਟਰਾਈ ਕਰਦਾ ਰਹਿ, ਸਿਚੁਏਸ਼ਨ ਇੱਕੋ ਹੀ ਹੈ, ਡਿਫਰੈਂਟ ਤਰੀਕੇ ਨਾਲ ਤੇਰਾ ਜਿਹੜਾ ਸੋਚਣ ਦਾ ਨਜ਼ਰੀਆ ਹੋਣਾ ਚਾਹੀਦਾ ਵੀ ਕਦੇ ਨਾ ਕਦੇ ਕਿਸੇ ਦੇ ਕੋਈ ਅਸਰ ਹੁੰਦਾ, ਕਿਸੇ ਦੇ ਕੋਈ ਅਸਰ ਹੁੰਦਾ। ਸੋ ਉਸ ਐਗਜ਼ਾਮਪਲ ਤੋਂ ਬਾਅਦ ਉਹ ਲਗਾਤਾਰ ਫੇਰ ਲੱਗ ਗਿਆ ਤੇ ਇੱਕ ਦਿਨ ਉਹ ਕਾਮਯਾਬ ਹੋਇਆ। ਉਹਨੇ ਬੜੀਆਂ ਜਿਹੜੀਆਂ ਬਿਜਲੀ ਦੀਆਂ ਕਾਢ ਕੱਢੀਆਂ, ਮੈਨੂੰ ਨਾਂ ਨਹੀਂ ਪਤਾ, ਮੈਂ ਤੁਹਾਨੂੰ ਐਵੇਂ ਗਲਤ ਕੋਡ ਇੱਕ ਕਹਿੰਦੇ ਨੇ 1000 ਜਾਂ 100 ਤੋਂ 150 ਉਹਦੇ ਵਧੀਆ ਚੀਜ਼ਾਂ ਉਹਨੇ ਬਣਾਈਆਂ ਸੀ ਜਿਹੜੀਆਂ ਦੁਨੀਆ 'ਚ ਚੱਲਦੀਆਂ ਸੀ। ਸੋ ਉਹ ਕਹਿੰਦੇ ਨੇ ਜਦੋਂ ਇੱਕ ਦੁਨੀਆ ਦਾ ਪ੍ਰਸਿੱਧ ਸਾਇੰਟਿਸਟ ਬਣ ਗਿਆ, ਇੱਕ ਦਿਨ ਉਹ ਕੋਈ ਚੀਜ਼ ਲੱਭ ਰਿਹਾ ਸੀ, ਉਸ ਅਲਮਾਰੀ ਦੇ ਵਿੱਚ ਉਹਨੂੰ ਉਹ ਚਿੱਠੀ ਲੱਭੀ ਜਿਹੜੀ ਟੀਚਰ ਨੇ ਉਹਦੀ ਮਾਂ ਨੂੰ ਦਿੱਤੀ ਸੀ ਤੇ ਉਹਦੀ ਮਾਂ ਨੇ ਉਹਨੂੰ ਪੜ੍ਹ ਕੇ ਸੁਣਾਈ ਸੀ। ਜਦੋਂ ਉਹਨੇ ਚਿੱਠੀ ਇੰਨੇ ਸਾਲ ਪੁਰਾਣੀ ਦੇਖੀ ਤੇ ਕਹਿੰਦਾ ਉਹਦੀ ਆਪਣੀ ਆਟੋਬਾਇਓਗ੍ਰਾਫੀ 'ਚ ਲਿਖਿਆ ਹੋਇਆ ਐਡੀਸਨ ਦੀ, ਕਹਿੰਦਾ ਉਹ ਚਿੱਠੀ ਪੜ੍ਹ ਕੇ ਮੈਂ ਇੰਨਾ ਰੋਇਆ। ਚਿੱਠੀ 'ਚ ਲਿਖਿਆ ਕੀ ਸੀ? ਮਾਂ ਨੇ ਉਹਨੂੰ ਕਿਹਾ ਸੀਗਾ, ਯਾਦ ਕਰ ਲਓ, ਮਾਂ ਨੇ ਉਹਨੂੰ ਕਿਹਾ ਸੀ ਐਡੀਸਨ ਤੇਰੇ ਟੀਚਰ ਨੇ ਕਿਹਾ ਕਿ ਯੂ ਆਰ ਸੋ ਇੰਟੈਲੀਜੈਂਟ, ਔਰ ਸਾਡਾ ਸਕੂਲ ਦਾ ਸਟੈਂਡਰਡ ਛੋਟਾ ਹੈ, ਟੀਚਰ ਕੋਈ ਤੇ ਐਡੇ ਇੰਟੈਲੀਜੈਂਟ ਨੂੰ ਪੜ੍ਹਾ ਨਹੀਂ ਸਕਦਾ, ਇਸ ਕਰਕੇ ਇਹਨੂੰ ਸਕੂਲ ਨਾ ਭੇਜੋ। ਪਰ ਜਦ ਹੁਣ ਅਸਲ ਦੇ ਵਿੱਚ ਉਹ ਚਿੱਠੀ ਪੜ੍ਹੀ ਐਡੀਸਨ ਨੇ ਤਾਂ ਸਕੂਲ ਟੀਚਰ ਨੇ ਲਿਖਿਆ ਸੀਗਾ ਕਿ ਵੀ ਜਿਹੜਾ ਤੁਹਾਡਾ ਬੱਚਾ ਹੈ ਨਾ ਇਹ ਮੰਦਭਾਗਾ ਹੈ, ਮੰਦਬੁੱਧੀ ਹੈ, ਸਿੱਧਰ ਹੈ, ਰਿਟਾਰਟਡ ਹੈ, ਤੇ ਜਿਹੜੇ ਬਾਕੀ ਬੱਚੇ ਨੇ ਉਹ ਸਮਝ ਜਾਂਦੇ ਨੇ, ਉਹਨੂੰ ਤਾਂ ਹੀ ਨਹੀਂ ਪਤਾ ਲੱਗਦਾ A ਕਿਵੇਂ ਬਣਾਉਣੀ ਹੈ, B ਕਿਵੇਂ ਬਣਾਉਣੀ ਹੈ, A ਫਾਰ ਐਪਲ ਹੈ, ਤੇ ਸਾਡੇ ਸਕੂਲ ਦਾ ਵੇਸਟ ਟਾਈਮ ਕਰਦਾ, ਬੱਚਿਆਂ ਦੀ ਪੜ੍ਹਾਈ ਨੁਕਸਾਨ ਕਰਦਾ, ਇਹਨੂੰ ਸਕੂਲ ਨਾ ਭੇਜਿਓ। ਲਿਖਿਆ ਇਹ ਸੀਗਾ, ਪਰ ਮਾਂ ਦੀ ਹਿੰਮਤ ਕਰਕੇ, ਮਾਂ ਦੀ ਲਗਨ ਕਰਕੇ, ਮਾਂ ਦੇ ਆਸ਼ੀਰਵਾਦ ਕਰਕੇ ਉਹ ਇੱਕ ਉੱਚ ਕੋਟੀ ਦਾ ਜਿਹੜਾ ਹੈਗਾ ਨਾ ਉਹ ਇੱਕ ਸਾਇੰਟਿਸਟ ਬਣਿਆ। ਕਿਉਂਕਿ ਸਾਨੂੰ ਹਮੇਸ਼ਾ ਪ੍ਰੈਜੈਂਟ ਵਿੱਚ ਰਹਿਣ ਦੀ ਲੋੜ ਹੈ, ਪੋਜ਼ਿਟਿਵ ਐਟੀਟਿਊਡ ਰੱਖਣ ਦੀ ਲੋੜ ਹੈ। ਪ੍ਰੈਜੈਂਟ ਵਿੱਚ ਖੁਸ਼ ਰਹੋ ਤੇ ਫਿਊਚਰ ਦੀ ਚਿੰਤਾ ਨਾ ਕਰੋ ਵੀ ਕੱਲ ਨੂੰ ਕੀ ਹੋਊਗਾ। ਅੱਜ ਮਿਹਨਤ ਕਰੋ, ਅੱਜ ਦੇ ਬਾਰੇ ਸੋਚੋ, ਕਿਉਂਕਿ ਕਿਹਾ ਜਾਂਦਾ ਨਾ ਕੱਲ ਕਾ ਦਿਨ ਕਿਸਨੇ ਦੇਖਾ ਹੈ, ਕੱਲ ਕਾ ਦਿਨ किसने देखा है, आज का दिन भी खोए क्यों। ਜਿਹੜਾ ਕੱਲ ਤਾਂ ਦੇਖਿਆ ਨਹੀਂ, ਅੱਜ ਦਾ ਦਿਨ ਐਵੇਂ ਆਵਾਸੀਆਂ ਮਾਰ ਕੇ ਮਿਹਨਤ ਨਾ ਕਰਕੇ ਵੈਸਲਾ ਹੋ ਕੇ ਪੁੱਠੇ ਸਿੱਧੇ ਕੰਮ ਕਰਕੇ ਉਹਨੂੰ ਕਿਉਂ ਖੋਣਾ। ਲਿਵ ਇਨ ਦ प्रेजेंट। कल का दिन किसने देखा है, आज का दिन भी खोए क्यों, जिन घड़ियों में हंस सकते हैं उन घड़ियों में रोए क्यों। ਅੱਜ ਦੇ ਜਿਹੜਾ ਅੱਜ ਦਾ ਦਿਨ ਹੈ ਪ੍ਰੈਜੈਂਟ ਹੈ ਉਹਦੇ ਵਿੱਚ ਖੁਸ਼ ਰਹੋ ਵੀ ਜੋ ਕੁਝ ਵੀ ਮਿਲਿਆ ਵੀ ਸ਼ੁਡ ਬੀ ਥੈਂਕਫੁਲ ਟੂ ਗੋਡ, ਤੇ ਉਹਦੇ ਲਈ ਸ਼ੁਕਰ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰੋ। ਐਵੇਂ ਹਰ ਵਕਤ ਰੋਈ ਜਾਣਾ ਕਿ ਮੈਨੂੰ ਆਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਮੇਰੇ ਬੱਚੇ ਖਰਾਬ ਨੇ। ਕਈ ਵਾਰੀ ਮਾਂ-ਬਾਪ ਸੋਚਦੇ ਮੇਰਾ ਬੱਚਾ ਕਹਿਣਾ ਹੀ ਨਹੀਂ ਮੰਨਦਾ, ਇਹ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਆਹ ਸੋਚਿਆ ਸੀ ਉਹ ਫਲਾਣੇ ਦਾ ਮੁੰਡਾ ਤਾਂ ਆਹ ਬਣ ਗਿਆ, ਇਹ ਉਹ ਨਹੀਂ ਬਣਿਆ, ਇਹਨੇ ਆਹ ਰਿਜ਼ਾਈਨ ਕਰਤਾ, ਉਹਨੇ ਉਹ ਰਿਜ਼ਾਈਨ ਕਰਤਾ। ਤੁਸੀਂ ਭਾਈ ਸਾਹਿਬ ਕਦੇ ਸੋਚ ਕੇ ਦੇਖੋ ਦੁਨੀਆ ਕਿੱਥੇ ਖੜੀ ਹੈ। ਸਾਨੂੰ ਹਮੇਸ਼ਾ ਪੋਜ਼ਿਟਿਵ ਸੋਚਣਾ ਚਾਹੀਦਾ। ਦੁਨੀਆ ਤਾਂ ਰੋਟੀ ਕਿੰਨੀ ਤਰਸਦੀ ਹੈ। ਅਸੀਂ ਚਾਹੁੰਦੇ ਮੇਰਾ ਵੱਡਾ ਮੁੰਡਾ ਅਫਸਰ ਬਣੇ, ਰਿਜ਼ਾਈਨ ਕਿਉਂ ਕਰਤਾ, ਕੁਇਟ ਕਿਉਂ ਕਰਤਾ। ਜੇ ਸੁਈਸਾਈਡ ਕਰ ਲੈਂਦਾ ਫੇਰ ਰੋਣਾ ਸੀ। ਦੁਨੀਆ ਜੋ ਮਰਜ਼ੀ ਕਹਿੰਦੀ ਰਹੇ, ਆਪਾਂ ਤਾਂ ਉਹਦੀ ਖੁਸ਼ੀ ਦੇਖਣੀ ਹੈ। ਖੁਸ਼ੀ ਜਿਹੜੀ ਹੈ ਯੂ ਨੈਵਰ ਗੈਟ ਖੁਸ਼ੀ ਆਊਟਸਾਈਡ। ਪੈਸੇ ਨਾਲ ਜੇ ਖੁਸ਼ੀ ਮਿਲ ਸਕਦੀ ਹੁੰਦੀ, ਪਾਵਰ ਨਾਲ ਜੇ ਖੁਸ਼ੀ ਮਿਲ ਸਕਦੀ, ਪੋਲੀਟੀਕਲ ਜਿਹੜੇ ਬੰਦੇ ਨੇ ਉਹਨਾਂ ਦੀ ਖੁਸ਼ੀ ਮਿਲ ਸਕਦੀ, ਕੋਈ ਖਾਣ ਪੀਣ ਨਾਲ ਸ਼ਰਾਬਾਂ ਕਬਾਬਾਂ ਨਾਲ ਖੁਸ਼ੀ ਮਿਲ ਸਕਦੀ, ਤਾਂ ਤੁਸੀਂ ਆਪਣੇ ਝਾਤੀ ਮਾਰੋ ਤੁਹਾਨੂੰ ਮਿਲ ਗਈ। ਜਦੋਂ ਤੁਹਾਨੂੰ ਨਹੀਂ ਮਿਲੀ ਤੇ ਤੁਹਾਡਾ ਬੱਚਾ ਇਹਨਾਂ ਚੀਜ਼ਾਂ ਨੂੰ ਛੱਡ ਕੇ ਅੰਦਰੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦਾ, ਜੇ ਉਹ ਸੰਗੀਤ ਪ੍ਰੇਮੀ ਹੈ, ਮਿਊਜ਼ਿਕ ਦਾ ਪ੍ਰੇਮੀ ਹੈ, ਤੇ ਉਹਨੂੰ ਖੁਸ਼ੀ ਉਹਦੇ ਵਿੱਚੋਂ ਆਨੰਦ ਚ ਆ ਰਹੀ ਹੈ, ਹੋ ਸਕਦਾ ਕੱਲ੍ਹ ਨੂੰ ਉਹ ਸੈਲੈਬ੍ਰਿਟੀ ਬਣ ਜੇ। ਤੁਸੀਂ ਉਹ ਫਿਰ ਬਾਅਦ ਦੇ ਵਿੱਚ ਜਾਇਜ਼ਾਕਾਰ ਕਰੋ, ਪਰ ਉਦੋਂ ਪਛਤਾਉਂਦਾ ਕਿ ਸਾਰੀ ਜ਼ਿੰਦਗੀ ਦਾ ਤੁਸੀਂ ਦੁਖੀ ਹੋਏ। ਸੋ ਲੀਵ ਇਟ ਅਪ ਟੂ ਗॉड। ਜੋ ਕੁਝ ਵੀ ਬੱਚਾ ਕਰ ਰਿਹਾ, ਜੋ ਕੁਝ ਉਹਦੀ ਕਿਸਮਤ 'ਚ ਹੈ, ਮਾਂ-ਬਾਪ ਦਾ ਕੰਮ ਹੈ। ਜੇ ਉਹ ਕੋਈ ਚੀਜ਼ ਕੁਇਟ ਕਰਦਾ, ਉਹਦਾ ਹੋ ਸਕਦਾ ਬੈਟਰਮੈਂਟ ਹੋਵੇ, ਉਹਦਾ ਕੋਈ ਡਿਫਰੈਂਟ ਨਜ਼ਰੀਆ ਹੋਵੇ। ਇਬਰਾਹਿਮ ਲਿੰਕਨ ਅਮਰੀਕਾ ਦਾ 15ਵਾਂ ਪ੍ਰੈਜ਼ੀਡੈਂਟ ਹੋਇਆ। ਦਾਸ ਜਿਹੜੀ ਸੰਸਥਾ ਸੀ, ਕਾਲਾ ਸੀਗਾ, ਇਹ ਇੰਨਾ ਗਰੀਬ ਸੀ ਕਦੇ ਸਕੂਲ ਨਹੀਂ ਗਿਆ ਸੀ, ਪ੍ਰਾਈਵੇਟ ਪੜ੍ਹਿਆ। ਲੋਕਾਂ ਦੇ ਘਰਾਂ ਦੇ ਵਿੱਚ ਨੌਕਰੀ ਕੀਤੀ, ਖੇਤਾਂ ਦੇ ਵਿੱਚ ਨੌਕਰੀ ਕੀਤੀ ਹੈ ਇਹਨੇ। ਇੱਕ ਕਹਿੰਦੇ ਨੇ ਕਿਤਾਬਾਂ ਦਾ ਪੜ੍ਹਨ ਦਾ ਸ਼ੌਂਕ ਸੀਗਾ, ਇਹਨੂੰ ਪਤਾ ਲੱਗਿਆ ਅਮਰੀਕਾ ਦੇ ਵਿੱਚ ਰਿਹਾ। ਵੈਸੇ ਤਾਂ ਇਹਦੇ ਫੋਰ ਫਾਦਰਸ ਇੰਗਲੈਂਡ ਤੋਂ ਆਏ ਸੀਗੇ।
ਇੰਗਲੈਂਡ ਦੇ ਵਿੱਚ ਕੋਈ ਜੌਬ ਤਾਂ ਦਿੰਦਾ ਨਹੀਂ ਸੀ। ਇਹਨੂੰ ਪਤਾ ਲੱਗਿਆ ਵੀ ਕੋਈ ਜੱਜ ਹੈ, ਰਿਟਾਇਰ ਹੋਇਆ ਵਾ, ਉਹਦੇ ਕੋਲ ਲਾ ਦੀਆਂ ਕਿਤਾਬਾਂ ਨੇ ਤੇ ਹੁਣ ਇਹ ਕੋਲ ਕਿਤਾਬਾਂ ਖਰੀਦਣ ਦੇ ਪੈਸੇ ਨਹੀਂ। ਇਹ ਚੱਲ ਕੇ ਉਹਦੇ ਕੋਲੇ ਗਿਆ ਤੇ ਉਹਨੂੰ ਦੱਸਿਆ ਵੀ ਮੈਂ ਇਸ ਤਰ੍ਹਾਂ ਮੇਰਾ ਸ਼ੌਕ ਹੈ ਲਾ ਦੇ ਵਿੱਚ ਤੇ ਤੁਸੀਂ ਮੈਨੂੰ ਆਪਣੀਆਂ ਬੁੱਕਸ ਦੇ ਦਿਓ। ਉਹ ਕਹਿੰਦਾ ਤੂੰ ਕੀ ਕੰਮ ਕਰਦਾ? ਉਹ ਕਹਿੰਦਾ ਮੈਂ ਤਾਂ ਕੋਈ ਕੰਮ ਨਹੀਂ ਕਰਦਾ, ਮੈਨੂੰ ਕੋਈ ਨੌਕਰੀ ਦਿੰਦਾ ਹੀ ਨਹੀਂ। ਉਹ ਕਹਿੰਦਾ ਚੱਲ ਇੰਜ ਕਰ, ਮੇਰਾ ਨੌਕਰ ਗਿਆ ਛੁੱਟੀਆਂ ਤੇ ਤੂੰ ਇੰਜ ਕਰ, ਤੂੰ ਮੇਰੇ ਘਰ ਦੀ ਸਫਾਈ ਕਰ ਦਿਆ ਕਰ, ਰੋਟੀ ਬਣਾ ਦਿਆ ਕਰ, ਨਾਲੇ ਤੂੰ ਉੱਥੇ ਪੜ੍ਹ ਲਿਆ ਕਰ। ਸਿਰਫ ਇੱਕ ਪੈਸਾ ਨਹੀਂ ਦਿੱਤਾ ਵਕੀਲ ਨੇ ਉਹਨੂੰ, ਸਿਰਫ ਪੜ੍ਹਨ ਦੇ ਬਦਲੇ ਤੋਂ ਸਾਰਾ ਦਿਨ ਕੰਮ ਲੈਂਦਾ। ਇਹਨੇ ਵੀ ਖੁਸ਼ੀ ਕੀਤੀ। ਸੋ ਜਦੋਂ ਲਾਅ ਪੜ੍ਹਿਆ ਤੇ ਇਹਨੂੰ ਪਤਾ ਲੱਗਿਆ ਵੀ ਇਹ ਤਾਂ ਸਾਰੇ ਫੰਡਾਮੈਂਟਲ ਰਾਈਟ ਕੀ ਨੇ। ਫੰਡਾਮੈਂਟਲ ਰਾਈਟ ਹਰੇਕ ਬੰਦੇ ਦਾ ਜੂਨ ਦਾ ਹੱਕ ਹੈ, ਪਰ ਕਿਉਂ ਅਮੀਰ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਦੇ ਨੇ। ਇਹਨੇ ਉਹ ਗੁਲਾਮੀ ਦੇ ਖਿਲਾਫ ਕਿਉਂਕਿ ਲਾਅ ਕਰ ਲਈ। ਲਾਅ ਕਰਨ ਤੋਂ ਬਾਅਦ ਇਸ ਨੇ ਕਈ ਇਲੈਕਸ਼ਨ ਲੜੇ, ਸੈਨੇਟ ਦੇ ਵੀ ਲੜੇ, ਕਾਉਂਟੀਜ਼ ਦੇ ਵੀ ਲੜੇ, ਜਿਹਨੂੰ ਮੇਅਰ ਦੇ ਕਹਿੰਦੇ। ਹਰ ਵਾਰੀ ਹਾਰ ਜਾਂਦਾ ਸੀਗਾ। ਇਹ ਬੜੇ ਵਾਰੀ ਮੇਰੇ ਖਿਆਲ ਪਤਾ ਨਹੀਂ ਕਿੰਨੇ ਵਾਰ, ਹੁਣ ਮੇਰੇ ਕੋਲ ਇੰਨਾ ਗੱਲ ਨਹੀਂ ਪਤਾ, ਬੜੇ ਵਾਰੀ ਹਾਰਿਆ। ਇਹ ਫਸਟ ਰਿਪਬਲਿਕਨ ਜਿਹੜਾ ਸੀ ਉਹ ਪ੍ਰੈਜ਼ੀਡੈਂਟ ਬਣਿਆ, 4 ਸਾਲ ਹੀ ਰਿਹਾ 1861 ਤੋਂ ਲੈ ਕੇ 1865 ਤੱਕ। ਪਰ ਪ੍ਰੈਜ਼ੀਡੈਂਟ ਬਣਿਆ ਆਪਣੀ ਲਗਨ ਦੇ ਨਾਲ। ਗਰੀਬ ਬੰਦਾ ਵੀ ਕੀ ਨਹੀਂ ਕਰ ਸਕਦਾ, ਜੇ ਗੋਲ ਮਿਲ ਲਓ ਨਾ, ਮਿਹਨਤ ਕਰੀਏ ਤਾਂ ਉਹ ਅਸੀਂ ਕੀ ਨਹੀਂ ਪ੍ਰਾਪਤ ਕਰ ਸਕਦੇ। ਇੰਡੀਆ ਦੇ ਵਿੱਚ 2 ਵਾਰ ਪ੍ਰਾਈਮ ਮਿਨਿਸਟਰ ਰਹੇ ਨੇ ਕਾਰਵਾਹਿਕ, ਉਹ ਸੀ ਗੁਲਜ਼ਾਰੀ ਲਾਲ ਨੰਦਾ। ਜਦੋਂ ਨਹਿਰੂ ਦੀ 27 ਮਈ 1964 ਨੂੰ ਡੈਥ ਹੋਈ ਨਾ, ਮੈਨੂੰ ਇਹ ਡੇਟ ਤਾਂ ਯਾਦ ਹੈ, ਮੇਰੀ ਸਿਸਟਰ ਦੀ ਉਦੋਂ ਸ਼ਾਦੀ ਸੀ। ਮੈਂ ਕਦੇ ਵੀ 27 ਮਈ 1964 ਨੂੰ ਹਰ ਸਾਲ ਯਾਦ ਕਰਦਾ ਕਿ ਮੇਰੀ ਸਿਸਟਰ ਦੀ ਸ਼ਾਦੀ ਸੀ ਤੇ ਉਸ ਦਿਨ ਜਵਾਹਰ ਲਾਲ ਨਹਿਰੂ ਦੀ ਡੈਥ ਹੋਈ ਸੀ। ਇਸ ਕਰਕੇ ਮੈਨੂੰ ਯਾਦ ਹੈ। ਜਦੋਂ 64 ਦੇ ਵਿੱਚ ਜਵਾਹਰ ਲਾਲ ਦੀ 27 ਮਈ ਨੂੰ ਡੈਥ ਹੋਈ ਅਚਾਨਕ, ਤਾਂ ਰਾਈਟ ਵੇ ਕਨਸਟੀਟਿਊਸ਼ਨ ਕਹਿੰਦਾ ਵੀ ਉਹ ਸੀਟ ਖਾਲੀ ਨਹੀਂ ਛੱਡੀ ਜਾ ਸਕਦੀ। ਉਹ ਡਿਕਲੇਅਰ ਕਰਨ ਤੋਂ ਪਹਿਲਾਂ ਕਿਸੇ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਹੁੰਦਾ ਹੈ। ਸੋ ਗੁਲਜ਼ਾਰੀ ਲਾਲ ਨੰਦਾ ਉਸ ਵੇਲੇ ਹੋਮ ਮਿਨਿਸਟਰ ਸੀ। ਸੋ ਇਸ ਨੂੰ ਟੈਂਪਰੇਰੀ ਐਡਹੌਕ ਪ੍ਰਾਈਮ ਮਿਨਿਸਟਰ ਬਣਾਇਆ। ਫੁੱਲ ਫਲੈਸ਼ ਪ੍ਰਾਈਮ ਮਿਨਿਸਟਰ ਦੀਆਂ ਪਾਵਰਾਂ ਯੂਜ਼ ਕੀਤੀਆਂ। ਸ਼ਾਇਦ 4 ਜਾਂ 5 ਦਿਨ ਰਿਹਾ ਸੀ। ਫਿਰ ਉਸ ਤੋਂ ਬਾਅਦ ਆਪਣਾ ਲਾਲ ਬਹਾਦਰ ਸ਼ਾਸਤਰੀ ਬਣ ਗਏ। ਤੇ ਫਿਰ ਜਦੋਂ ਲਾਲ ਬਹਾਦਰ ਸ਼ਾਸਤਰੀ ਤਾਸ਼ਕੰਦ ਦੇ ਵਿੱਚ ਉਹਨਾਂ ਦੀ ਅਚਾਨਕ ਡੈਥ ਹੋਈ ਤੇ ਉਸ ਤੋਂ ਬਾਅਦ ਵੀ ਇਹਨਾਂ ਨੂੰ ਕੁਝ ਦਿਨਾਂ ਦੇ ਲਈ ਪ੍ਰਧਾਨ ਮੰਤਰੀ ਬਣਾਉਣਾ ਪਿਆ। ਇਹ ਇੰਨੇ ਇਮਾਨਦਾਰ ਨੇ। ਮੈਂ ਇੱਕ ਥਾਂ ਦੇ ਅਖਬਾਰ 'ਚ ਪੜ੍ਹ ਰਿਹਾ ਸੀਗਾ ਕਿ ਨਹੀਂ ਤਾਂ ਪ੍ਰਧਾਨ ਮੰਤਰੀ ਕੀ, ਇੱਕ ਤਹਿਸੀਲਦਾਰ ਲੱਗਿਆ ਉਹਦੇ ਨਹੀਂ ਪੈਸੇ ਮਾਣ ਹੁੰਦੇ, ਇੱਕ SSP ਲੱਗ ਜਾਏ ਉਹਦੇ ਕਿੰਨੇ ਕੋਠੀਆਂ। ਕਹਿੰਦੇ ਨੇ ਮੈਂ ਹੇਰਾ ਫੇਰੀ ਕੀਤੀਆਂ ਬਥੇਰੀਆਂ ਕੋਠੀਆਂ ਦੀਆਂ, ਪਰ ਇੱਕ ਗੱਲ ਗਰੰਟੀ ਨਾਲ ਮੈਂ ਕਹਿਣਾ, ਬਰਤਨ ਦਾ ਉਹਨਾਂ ਨੂੰ ਹੁਕਮ ਨਹੀਂ ਹੁੰਦਾ। ਜਿੰਨੀਆਂ ਮਰਜ਼ੀ ਹੇਰਾ ਫੇਰੀ ਦੀਆਂ ਕੋਠੀਆਂ ਕਰ ਲਓ, ਪੈਸੇ ਕਰ ਲਓ, ਐਵੇਂ ਹੀ ਨੱਪੇ ਜਾਂਦੇ ਨੇ। ਖਾਲੀ ਆਏ ਸੀ, ਖਾਲੀ ਜਾਣਾ। ਸੋ ਉਹ ਗੁਲਜ਼ਾਰੀ ਲਾਲ ਨੰਦਾ ਕਿਰਾਏ ਦੇ ਮਕਾਨ ਤੇ ਰਹਿੰਦਾ ਰਿਹਾ। ਜੋ ਪ੍ਰਾਈਮ ਮਿਨਿਸਟਰ ਦੀ ਪੈਨਸ਼ਨ ਹੁੰਦੀ ਸੀ, ਕਈ ਵਾਰੀ ਉਹ ਵੀ ਨਹੀਂ ਗਵਰਨਮੈਂਟ ਤੋਂ ਮਿਲਦੀ ਸੀ, ਉਹਨੇ ਕਦੇ ਪਰਵਾਹ ਨਹੀਂ ਕੀਤੀ ਸੀ। ਮਾਲਕ ਮਕਾਨ ਨੇ ਚੱਕ ਕੇ ਉਹਦਾ ਸਮਾਨ ਬਾਹਰ ਸਿੱਟਤਾ ਸੀ। ਸੋ ਕਹਿਣ ਦਾ ਮੇਰਾ ਪਰਪਸ ਇਹ ਹੈ ਵੀ ਸਾਨੂੰ ਹਮੇਸ਼ਾ ਕੋਸ਼ਿਸ਼ ਕਰਦੀ ਰਹਿਣੀ ਚਾਹੀਦੀ ਹੈ। ਕੋਸ਼ਿਸ਼ ਜਦੋਂ ਨਹੀਂ ਕਰਦੇ, ਈਵਨ ਤੁਸੀਂ ਰੂਹਾਨੀਅਤ ਦੇ ਵਿੱਚ ਵੀ ਹੈ, ਆਪਾਂ ਸੰਤਾਂ ਦੇ ਮਹਾਤਮਾ ਤੋਂ ਨਾਮਦਾਨ ਲੈ ਲੈਂਦੇ ਹਾਂ। ਨਾਮਦਾਨ ਲੈ ਕੇ ਕੋਸ਼ਿਸ਼ ਕਰਦੇ ਉਹਨਾਂ ਦੇ ਮਗਰ ਹੀ ਭੱਜੇ ਫਿਰਦੇ ਆ। ਟੀਚਰ ਦੇ ਮਗਰ ਤੁਸੀਂ ਰੋਜ਼ਾਨਾ ਭੱਜੇ ਰਹੋ, ਕੀ ਤੁਹਾਨੂੰ ਪਾਸ ਕਰਾ ਦੂਗਾ? ਜੋ ਟੀਚਰ ਨੇ ਤੁਹਾਨੂੰ ਕਿਹਾ, ਜਿੰਨਾ ਚਿਰ ਤੱਕ ਅਸੀਂ ਮਿਹਨਤ ਕਰਕੇ ਉਹ ਪੜ੍ਹਾਈ ਨਹੀਂ ਕਰਦੇ, ਉਨਾ ਚਿਰ ਅਸੀਂ ਕਿਵੇਂ ਆਲਮ ਫਾਜ਼ਲ ਬਣ ਸਕਦੇ ਹਾਂ। ਮੈਡੀਕਲ ਦਾ ਡਾਕਟਰ ਉਦੋਂ ਹੀ ਬਣਦਾ ਜਦੋਂ ਅਸੀਂ ਖੁਦ ਲੈਬੋਰਟਰੀ ਜਾ ਕੇ ਪ੍ਰੈਕਟੀਕਲ ਕਰਦੇ ਹਾਂ। ਸੋ ਇਸੇ ਤਰ੍ਹਾਂ ਹੀ ਸਾਨੂੰ ਪ੍ਰੈਕਟੀਕਲ ਮਿਹਨਤ ਕਰਨੀ ਪਊਗੀ। ਜਿਹੜੇ ਇੱਧਰਲੇ ਉੱਧਰਲੇ ਫਜ਼ੂਲ ਦੇ ਅਸੀਂ ਮੀਨਸ ਅਡਾਪਟ ਕਰਦੇ ਹਾਂ, ਟੈਂਪਰੇਰੀ ਹੋ ਸਕਦਾ ਅਸੀਂ ਅਚੀਵ ਕਰ ਲਈਏ, ਪਰ ਲੌਂਗ ਰਨ ਦੇ ਵਿੱਚ ਸਾਨੂੰ ਉਹਦਾ ਕੋਈ ਫਾਇਦਾ ਨਹੀਂ ਹੁੰਦਾ, ਉਹਦਾ ਸਾਨੂੰ ਕੋਈ ਬੈਨੀਫਿਟ ਨਹੀਂ ਮਿਲਦਾ। ਕਮਾਈ ਜਿਹੜੀ ਹੈ ਨਾ, ਹੱਕ ਹਲਾਲ ਦੀ ਹੀ ਹਜਮ ਹੁੰਦੀ ਹੈ। ਹੱਕ ਹਲਾਲ ਦੀ, ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ, ਉਹ ਮਲਕ ਭਾਗੋ ਤੇ ਲਾਲੋ ਦੀ ਸਟੋਰੀ, ਜਿਹੜੀ ਹੱਕ ਹਲਾਲ ਦੀ ਕਮਾਈ ਹੈ ਨਾ, ਉਹਦੇ ਨਾਲ ਨੀਂਦ ਵਧੀਆ ਆਉਂਦੀ ਹੈ। ਜਦੋਂ ਅਸੀਂ 4 ਬੰਦਿਆਂ ਤੇ ਅਸੀਂ ਰੋਹ ਮਾਰ ਦਿੰਦੇ ਹਾਂ, 4 ਬੰਦੇ ਸਾਡੇ ਤੇ ਰੋਹ ਮਾਰ ਦਿੰਦੇ ਨੇ, ਸ਼ਾਮ ਨੂੰ ਬੋਤਲ ਖੋਲ ਕੇ ਪੀਂਦੇ ਹਾਂ ਤੇ ਅਸੀਂ ਕਹਿੰਦੇ ਬੜਾ ਮਜ਼ਾ ਆਇਆ, ਸਵੇਰੇ ਨੂੰ ਬਾਉਂਟਿੰਗਾਂ ਕਰਦੇ ਫਿਰਦੇ ਹਾਂ, ਸਵੇਰੇ ਉੱਠ ਕੇ ਸਾਨੂੰ ਪ੍ਰੋਬਲਮ ਆਉਂਦੀ ਹੈ। ਸੋ ਇਸ ਕਰਕੇ ਮੈਂ ਇਹ ਗੱਲ ਕਹਿਣਾ ਕਿ ਕੁਇਟ ਜੇ ਕਰਦੇ ਹੋ ਕੋਈ ਗੱਲ ਨਹੀਂ, ਕੁਇਟ ਦਾ ਮਤਲਬ ਹੈ ਵੀ ਇੱਕ ਤੁਸੀਂ ਗੋਲ ਨੂੰ ਪ੍ਰਾਪਤ ਕਰ ਲਿਆ, ਉਹ ਤੁਹਾਨੂੰ ਗੋਲ ਠੀਕ ਨਹੀਂ ਗਿਆ, ਤੁਸੀਂ ਅਗਲੇ ਗੋਲ ਨੂੰ ਪ੍ਰਾਪਤ ਕਰ ਲਓ। ਇਹ ਤਾਂ ਕੋਈ ਬੁਰੀ ਚੀਜ਼ ਨਹੀਂ ਹੈ। ਪਰ ਅਲਟੀਮੇਟਲੀ ਮੈਂ ਇੱਕ IAS ਅਫਸਰ ਲੇਡੀ ਦੀ ਪੜ੍ਹ ਰਿਹਾ ਸੀ ਇੰਟਰਵਿਊ ਥੋੜੇ ਦਿਨ ਪਹਿਲਾਂ, ਉਹਨੇ ਦੱਸਿਆ ਕਿ ਮੈਂ ਸਭ ਕੁਝ ਠੀਕ ਠਾਕ ਸੀ ਪਰ ਮੈਨੂੰ ਖੁਸ਼ੀ ਨਹੀਂ ਮਿਲਦੀ ਸੀ। ਇਸ ਕਰਕੇ ਮੈਂ, ਕਿਉਂਕਿ ਬਚਪਨ ਦੇ ਵਿੱਚ ਮੈਨੂੰ ਘਰਦਿਆਂ ਦਾ ਮਾਹੌਲ ਉਸ ਤਰ੍ਹਾਂ ਸੀ, ਮੈਂ ਰਿਜ਼ਾਈਨ ਕਰਤਾ ਇੱਕ ਦਿਨ ਅਚਾਨਕ। ਦੇਖਿਆ ਵੀ ਇਹ ਤਾਂ ਭੱਜ ਨੱਠ ਹੈ, ਕੋਈ ਗੱਲ ਨਹੀਂ। ਤੇ ਜਾ ਕੇ ਮੈਂ ਜੰਗਲਾਂ ਚਲੀ ਗਈ, ਉੱਥੇ ਜੋ ਕੁਝ ਕੀਤਾ ਉੱਥੇ ਮੈਂ ਸ਼ਾਂਤੀ ਮੈਨੂੰ ਮਿਲੀ ਤੇ ਹੁਣ ਮੈਂ ਬਹੁਤ ਖੁਸ਼ ਹਾਂ, ਲੈਕਚਰ ਦਿੰਦੀ ਹਾਂ, ਆਪਣੀ ਲਾਈਫ ਨੂੰ ਇੰਜੋਏ ਕਰਦੀ ਹਾਂ। ਸੋ ਇਸ ਕਰਕੇ ਆਪਣੀ ਜ਼ਿੰਦਗੀ ਦਾ ਗੋਲ ਫਿਕਸ ਕਰੋ, ਕਦੇ ਵੀ ਦਿਲ ਨਾ ਛੋਟਾ ਕਰੋ, ਮਿਹਨਤ ਕਰੋ, ਪਰਮਾਤਮਾ ਤੇ ਭਰੋਸਾ ਰੱਖੋ ਤੇ ਜ਼ਰੂਰ ਤੁਸੀਂ ਆਪਣੇ ਗੋਲ ਦੇ ਵਿੱਚ ਅਚੀਵ ਕਰੋਗੇ। ਹੁਣ ਸੁਣੋ ਲਾਸਟ ਗਾਣਾ
ਤੇ ਗਾਣਾ ਮੇਰੇ ਕੋਲ ਥੋੜੇ ਜਿਹੇ ਮਿੰਟ ਦਾ ਹੀ ਹੈ, ਜੇ ਇੱਕ ਅੱਧਾ ਮਿੰਟ ਰਹਿ ਗਿਆ ਹੋਵੇ ਮੈਂ ਤੁਹਾਨੂੰ ਹੁਣ ਕਵਰ ਕਰ ਦੇਣਾ। ਆਪਾਂ ਨੈਕਸਟ ਵੀਕ ਕਿਸੇ ਹੋਰ ਟੌਪਿਕ ਤੇ ਗੱਲ ਕਰਾਂਗੇ। ਤੇ ਜੇ ਕੋਈ ਵੱਧ ਘੱਟ ਕਿਹਾ ਗਿਆ ਹੋਵੇ, ਮੇਰਾ ਸਿਰਫ ਪਰਪਸ ਇਹ ਹੈ ਵੀ ਹੱਲਾਸ਼ੇਰੀ ਦੇਣ ਲਈ ਲੋਕਾਂ ਨੂੰ, ਕਿਉਂਕਿ ਮੈਂ ਵੀ ਗਰੀਬ ਘਰ ਚੋਂ ਪੈਦਾ ਹੋ ਕੇ ਚੰਗੀ ਥਾਂ ਤੇ ਵੈਲ ਸੈਟਲਡ ਹੋਇਆ। ਕੋਈ ਜ਼ਰੂਰੀ ਨਹੀਂ IAS IPS ਅਫਸਰ ਬਣ ਗਿਆ, ਪਰ ਜ਼ਿੰਦਗੀ ਦੇ ਵਿੱਚ ਦੱਬ ਕੇ ਖੁਸ਼ੀ ਹੈ। ਕੋਈ ਮਾੜਾ ਕੰਮ ਨਹੀਂ ਕੀਤਾ, ਕੋਈ ਕੀਤਾ ਨਹੀਂ ਕਿਸੇ ਨਾਲ, ਕੋਈ ਠੱਗੀ ਠੋਰੀ ਨਹੀਂ ਕੀਤੀ। ਅੱਜ ਜ਼ਿੰਦਗੀ ਦੇ ਵਿੱਚ ਸੁਰਖਰੂ ਹੋ ਕੇ ਜਾਵਾਂਗੇ, ਆਪਣੀਆਂ ਅੱਖਾਂ ਨਾਲ ਮਿਲਾ ਕੇ ਜਾਵਾਂਗੇ। ਸੋ ਇਸ ਕਰਕੇ ਚੰਗੇ ਕੰਮ ਕਰੋ ਤੇ ਸੁਣੋ ਲਾਸਟ ਗਾਣਾ। ਨੈਕਸਟ ਵੀਕ ਆਪਾਂ ਕਿਸੇ ਹੋਰ ਟੌਪਿਕ ਤੇ ਗੱਲ ਕਰਾਂਗੇ। ਥੈਂਕ ਯੂ ਵੈਰੀ ਮੱਚ।